ਮੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 9:12 ਹੋਏ ਨੇ। 18 ਜੂਨ ਦਾ ਦਿਨ ਹੈ। ਵਰ੍ਹਾ 2021 ਦਾ ਸ਼ੁੱਕਰਵਾਰ ਹੈ। ਜੁਮਨਲ ਗੁਮਾਲਿਊਮ ਤੇ 4 ਹਾੜ ਨਾਨਕ ਸੰਮਤ 553। ਅਹਲਨ ਵ ਸਹਲਨ। ਅੱਜ ਦੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਚੱਲਾਂਗੇ ਪੰਜਾਬ ਨਵਕਿਰਨ ਸਿੰਘ ਪੱਤੀ ਨਾਲ ਗੱਲ। ਫੇਰ ਛੋਟੀ ਜੀ ਇੱਕ ਗੱਲਬਾਤ ਇੰਟਰਵਿਊ ਹੋਏਗੀ ਤੁਹਾਡੀ ਸਿਹਤ ਦੇ ਬਾਰੇ ਤੇ ਮਸਾਜ ਚੇਅਰ ਦੇ ਲਈ, ਕੁਰਸੀ ਦੇ ਲਈ। ਤੇ ਇੱਕ ਕੁਰਸੀ ਤੁਹਾਨੂੰ ਕੱਢਣੀ ਵੀ ਹੈ। ਅੱਜ ਰਾਤ ਤੱਕ ਹੈ, 12 ਵਜੇ ਤੱਕ ਸੁਨੇਹਾ ਭੇਜ ਸਕਦੇ ਹੋ ਤੁਸੀਂ, 18 ਤੱਕ। ਤੇ ਸੋਮਵਾਰ ਨੂੰ ਦੱਸਾਂਗੇ ਕਿਹਨੇ ਕੱਕਾ ਕੁਰਸੀ ਮੰਮਾ ਮਾਲਸ਼ ਵਾਲੀ ਜਿਹਨੂੰ ਮਿਲੀ ਹੈ। ਤੇ ਦੂਸਰੇ 'ਚ ਕਿਉਂਕਿ ਐਤਵਾਰ ਨੂੰ ਬਾਪੂਆਂ ਦਾ ਦਿਨ ਹੈ ਤੇ ਉਹ ਅੱਜ ਗੱਲ ਸ਼ੁੱਕਰਵਾਰ ਦੀ ਆਪਾਂ ਗੱਲ ਕਰਾਂਗੇ। ਹਾਂ, ਟ੍ਰੈਡੀਸ਼ਨਲ ਆਪਾਂ ਗੱਲ ਕਰਦੇ ਰਹਿੰਦੇ ਹਾਂ। ਬਾਪੂ ਨੇ ਆਹ ਕੀਤਾ, ਬਾਪੂ ਨੇ ਆਹ ਕੀਤਾ, ਫੋਟੋਆਂ ਵੀ ਪਾਵਾਂਗੇ। ਪਰ ਬਾਪੂ ਵਾਲੀ ਜਗ੍ਹਾ ਤੇ ਬੈਠ ਕੇ ਦੁੱਖ ਕਿੰਨੇ ਕੁ ਨੇ ਤੇ ਸਵਾਦ ਕਿੰਨਾ ਕੁ ਹੈ, ਇਹਦੀ ਗੱਲ ਅੱਜ ਕਰਨੀ ਹੈ। ਵੀ ਪਿਤਾ ਜੀ ਕਹਾਉਣਾ ਕਿੰਨਾ ਔਖਾ ਤੇ ਕਹਿਣਾ ਕਿੰਨਾ ਸੌਖਾ। ਉਮਰਾਂ ਨਾਲ ਦੇ ਆਪ ਆਪਾਂ 55 ਦੇ ਹੋ ਗਏ, ਬਜ਼ੁਰਗ 80 ਤੇ ਉੱਪਰ ਨੇ। ਹਲੇ ਵੀ ਫਰਕ ਹੈ, ਹਲੇ ਵੀ ਸੋਚਦੇ ਆ। ਸਾਰਿਆਂ ਦੇ ਮਾਪੇ ਗਿਆ ਹੋਇਆ ਸਵੇਰ ਦਾ, ਆਇਆ ਹੀ ਨਹੀਂ ਹਲੇ, ਯਾਰ ਥੱਕ ਗਿਆ ਹੋ। ਇਹਨੂੰ ਕਹਿੰਦੇ ਨੇ ਬਾਪੂ। 604 204 0600 ਆਉਣੇ ਨੰਬਰ ਹੈ ਤੇ 604 729 1224 ਮੇਰਾ WhatsApp ਤੇ ਟੈਕਸਟ ਤੁਹਾਡੇ ਲਈ 6047291224। ਚੋਰਾਂ ਨੇ ਫੇਸਬੁੱਕ ਨਕਲੀ ਬਣਾ ਲਈ ਮੇਰੀ। ਪੈਸੇ ਮੰਗਦੇ ਵੀ ਕਲਕੱਤੇ ਨੇੜੇ ਨਾ ਤੇੜੇ। ਖਿਆਲ ਰੱਖਿਓ ਜਦ ਕੋਈ ਵੀ ਸੁਨੇਹਾ ਆਉਂਦਾ, ਕਿਉਂਕਿ ਫੋਟੋ ਵੀ ਸੇਮ ਉਹਨਾਂ ਨੇ ਲਾ ਲਈ। ਸਵੇਰੇ ਕੋਈ ਹੋਰ ਸੀ, ਹੱਥ ਨੇ ਜਮਾ ਹੀ ਉਹਨਾਂ ਨੇ ਇੰਨ ਬਿੰਨੇ ਕਰ ਦਿੱਤੀ। ਪਲੀਜ਼ ਕੋਈ ਮੈਂ ਕਿਸੇ ਨੂੰ ਮੈਸੇਜ ਨਹੀਂ, ਵੈਸੇ ਹੀ ਨਹੀਂ ਕਰਦਾ, ਬਹੁਤ ਘੱਟ ਕਰਦਾ। ਤੇ ਫਰੈਂਡ ਰਿਕੁਐਸਟ ਕਿਸੇ ਨੂੰ ਨਹੀਂ ਭੇਜਦਾ। ਕੋਈ ਫਰੈਂਡ ਰਿਕੁਐਸਟ ਆਉਂਦੀ ਆ, ਕੋਈ ਸੁਨੇਹਾ ਆਉਂਦਾ, ਪਲੀਜ਼ ਬਲੌਕ ਕਰਕੇ ਫੇਕ ਅਕਾਊਂਟ ਰਿਪੋਰਟ ਕਰਿਓ ਕਿ ਬੰਦ ਕਰ ਸਕੀਏ। ਲਾਈਵ ਜਦ ਹੋਣਾ ਤਾਂ AM 600 ਤੇ ਸ਼ੇਰੇ ਪੰਜਾਬ ਤੇ ਤੁਸੀਂ ਵੇਖ ਸਕਦੇ ਹੋ। ਤੇ ਇਹੀ YouTube ਦਾ ਜਿਹੜਾ ਸਿਰਨਾਮਾ। ਇਸ਼ਕ ਨੂੰ ਸਦੀਆਂ ਤੋਂ ਇੱਕ ਵਰਦਾਨ ਹੈ, ਤੂੰ ਸਭ ਕੁਝ ਲਟਾ ਕੇ ਵੀ ਸੁਲਤਾਨ ਹੈ। ਇਹ ਪਰਬਤਾਂ ਦੇ ਧੁੱਪ ਦੀ ਜੋ ਪਾਣ ਹੈ, ਇਹ ਆਸ਼ਕਾਂ ਨੂੰ ਰੱਬ ਨੇ ਕੀਤੀ ਦਾਨ ਹੈ। ਇਸ਼ਕ ਇਸ ਲਿਸ਼ਕ ਤੋਂ ਵਾਂਝੇ ਰਹਿਣ ਦਾ ਹੈ ਸਿਲਾ, ਕਿ ਸਾਡੀਆਂ ਅੱਖਾਂ 'ਚ ਜਿਹੜਾ ਕਾਣ ਹੈ ਧੁੱਪ, ਜਿਹੜੀ ਚਿੱਟਿਆਂ ਬਾਜ਼ਾਂ ਦਾ ਜਿਹੀ ਦੈਵੀ ਜਿਹਾ ਕੋਈ ਜਾਪਦੀ ਫਰਮਾਨ ਹੈ। ਇਹ ਸਾਡੀਆਂ ਦੇਹਾਂ ਦੇ ਰੰਗਲੇ ਚਰਖੜੇ, ਇਹਨਾਂ ਦੀ ਘੂਕਰ ਇਸ਼ਕ ਦਾ ਹੀ ਗਾਣ ਹੈ। ਇਹ ਧੁੱਪ ਵਿੱਚ ਪੱਕਦੇ ਰਹੇ ਤੇ ਘੜ ਲਏ ਲਰਜ਼ਦੇ ਰੁੱਖਾਂ ਦੀ ਸੰਤਾਨ ਹੈ। ਇਹ ਰੁੱਖ ਜਿਨ੍ਹਾਂ ਹੇਠ ਬਹਿ ਕੇ ਜਾਪਦਾ ਕਿ ਪਿਆਰ ਹੀ ਧਰਮਾਂ ਦਾ ਬੂਹਾ ਖੋਲਦਾ ਹੈ, ਕਿ ਖਾਬ ਤਾਂ ਬਸ ਦੁਧੀਆ ਜਿਹੀ ਝੱਗ ਨੇ, ਮੱਥਿਆਂ ਨੂੰ ਕੇਵਲ ਸੱਚ ਹੀ ਪੜਚੋਲਦਾ। ਬੇਰੌਣਕਾ ਬੂਟਾ ਸਰੂ ਦਾ ਜਿਉਂ ਕਿਤੇ ਕੱਲਾ ਖੜੇ, ਪਰ ਕੁਝ ਵੀ ਨਹੀਂ ਬੋਲਦਾ। ਇਹ ਬੋਲੀਆਂ ਨੂੰ ਸਮਝਦਾ ਉਹੀ ਜਿਹੜਾ ਬੇਖੌਫ ਹੋ ਕੇ ਚਾਨਣਾ ਨੂੰ ਟੋਲਦਾ। ਸੋਨ ਫੁੱਲੀਆਂ ਕਾਤਰਾਂ ਸਮਿਆਂ ਦੀਆਂ, ਜਿਨ੍ਹਾਂ ਦਾ ਹਰ ਥਾਂ ਸਜ ਰਿਹਾ ਦਰਬਾਰ ਹੈ, ਜਿਨ੍ਹਾਂ ਦਾ ਹੋਣਾ ਧਰਤੀਆਂ ਦੀ ਸ਼ਾਨ ਹੈ, ਜਿਨ੍ਹਾਂ ਬਿਨਾਂ ਨਾ ਸੁਹਜ ਹੈ ਨਾ ਪਿਆਰ ਹੈ। ਮੈਨੂੰ ਤਾਂ ਇਉਂ ਵੀ ਜਾਪਦਾ ਹੈ ਕਿ ਧੁੱਪ ਜੋ ਮਾਵਾਂ ਦੇ ਕੋਸੇ ਦੁੱਧ ਦਾ ਆਧਾਰ ਹੈ। ਵਿਸਾਖ ਵਿੱਚ ਕਣਕਾਂ ਨੂੰ ਜਾ ਕੇ ਪੁੱਛਣਾ ਇਸ ਬਾਬਤ ਉਹਨਾਂ ਦਾ ਕੀ ਵਿਚਾਰ ਹੈ। ਸ਼ਾਇਦ ਉਹ ਜਿਹੜੇ ਕੋਹਲੂਆਂ ਵਿੱਚ ਪੀੜ ਤੇ ਉਹਨਾਂ ਦੇ ਪਿੱਛੇ ਧੁੱਪ ਦਾ ਹੀ ਧਾਰ ਹੈ। ਇਹਨਾਂ ਦੀ ਮੈਨੂੰ ਇੱਕ ਸਦੀ ਤੋਂ ਢੂੰਡ ਸੀ। ਇਹ ਜਾਂਗਲੀ ਧੁੱਪਾਂ ਮੇਰਾ ਘਰ-ਬਾਰ ਹੈ, ਇਹ ਜਾਂਗਲੀ ਧੁੱਪਾਂ ਮੇਰਾ ਘਰ-ਬਾਰ ਹੈ। ਇਸ਼ਕ ਨੂੰ ਸਦੀਆਂ ਤੋਂ ਇੱਕ ਵਰਦਾਨ ਹੈ, ਤੂੰ ਸਭ ਕੁਝ ਲੁਟਾ ਕੇ ਵੀ ਸੁਲਤਾਨ ਹੈ। ਇਹ ਪਰਬਤਾਂ ਤੇ ਧੁੱਪ ਦੀ ਜੋ ਪਾਣ ਹੈ, ਇਹ ਆਸ਼ਕਾਂ ਨੂੰ ਰੱਬ ਨੇ ਕੀਤੀ ਦਾਨ ਹੈ। ਸੋਨ ਫੁੱਲੀਆਂ ਕਾਤਰਾਂ। ਹਰਮਨਜੀਤ ਲਿਖਦਾ, ਪਰ ਲਿਖਦਾ ਪਤਾ ਨਹੀਂ ਕਿਹੜੇ ਟੇਸ਼ਨ ਤੋਂ ਹੈ। ਨਵਕਿਰਨ ਸਿੰਘ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ। ਫਤਿਹ ਜੰਗ ਸਿੰਘ ਬਾਜਵਾ ਤੇ ਪਾਂਡੇ ਦੇ ਜਵਾਕਾਂ ਨੂੰ ਗਰੀਬੀ ਤੇ ਰਹਿਮ ਦੀ ਬਿਨਾਂ ਤੇ ਫਿਰ ਇੱਕ ਨੂੰ ਲਾਤਾ ਡਿਪਟੀ ਤੇ ਦੂਜੇ ਨੂੰ ਤਹਿਸੀਲਦਾਰ। ਜੀ ਗਿੱਲ ਸਾਹਿਬ, ਤੁਸੀਂ ਇਹ ਦੇਖੋ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਦੇਸ਼ ਦੇ ਵਿੱਚ। ਔਰ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਘਰ ਘਰ ਨੌਕਰੀ ਦੇਣ ਦਾ। ਪੰਜਾਬ ਦੇ ਉਹਨਾਂ ਘਰਾਂ 'ਚ ਅਜੇ ਤੱਕ ਨੌਕਰੀ ਨਹੀਂ ਆਈ ਜਿਹੜੇ ਘਰਾਂ ਦੇ ਬੱਚੇ MA BEd PhD ਤੱਕ ਦੀਆਂ ਡਿਗਰੀਆਂ ਹਾਸਲ ਕਰਕੇ, ਕਿਸੇ ਨੇ ਟੈਟ ਕਲੀਅਰ ਕੀਤਾ
ਕਿਸੇ ਨੇ ਕੋਈ ਹੋਰ ਯੋਗਤਾ ਪ੍ਰੀਖਿਆ ਕਲੀਅਰ ਕੀਤੀ ਆ, ਉਸ ਤੋਂ ਬਾਅਦ ਅੱਜ ਕੱਲ੍ਹ ਝੋਨਾ ਲਾ ਰਹੇ ਨੇ, ਕੋਈ ਦਿਹਾੜੀਆਂ ਕਰ ਰਿਹਾ, ਕੋਈ ਮਜ਼ਦੂਰੀ ਕਰਨ ਦੇ ਲਈ ਕਿਸੇ ਫੈਕਟਰੀ 'ਚ ਲੱਗਿਆ ਹੋਇਆ, ਕੋਈ ਆ ਜਿਹੜੇ ਟੈਂਕੀ ਤੇ ਚੜੇ ਹੋਏ ਨੇ ਗਿੱਲ ਸਾਹਿਬ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਤੇ ਚੜੇ ਹੋਏ ਨੇ, ਪੈਟਰੋਲ ਦੀਆਂ ਬੋਤਲਾਂ ਲੈ ਕੇ 2 ਦਿਨ ਹੋ ਗਏ, ਉਹ 6-6, 7-7 ਹਜ਼ਾਰ ਰੁਪਏ ਤੇ 15-15 ਸਾਲਾਂ ਤੋਂ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜ੍ਹਾ ਰਹੇ ਨੇ। ਉਹਨਾਂ ਨੂੰ ਪੱਕੇ ਕਰਨ ਬਾਰੇ ਕੁਝ ਨਹੀਂ ਸੋਚਿਆ। ਘਰ ਘਰ ਨੌਕਰੀ ਦਾ ਵਾਅਦਾ ਜਿਹੜਾ 4.5 ਸਾਲ ਪਹਿਲਾਂ ਕੀਤਾ ਸੀ, ਇੱਕ ਤਾਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਤੇ ਰਵਨੀਤ ਬਿੱਟੂ ਦੇ ਭਾਈ ਨੂੰ DSP ਲਾਤਾ ਤਰਸ ਦੇ ਆਧਾਰ ਦੇ ਉੱਤੇ। ਸੋ ਤਰਸ ਦੇ ਆਧਾਰ ਦੇ ਉੱਤੇ ਗਿੱਲ ਸਾਹਿਬ ਜਿਹੜੀ ਨੌਕਰੀ ਦਿੱਤੀ ਜਾਂਦੀ ਆ ਉਹਨਾਂ ਪਰਿਵਾਰਾਂ ਨੂੰ ਦਿੱਤੀ ਜਾਂਦੀ ਆ ਜਿਨ੍ਹਾਂ ਪਰਿਵਾਰਾਂ ਦਾ ਕੋਈ ਵਿਅਕਤੀ ਰੁਜ਼ਗਾਰ ਦੇ ਵਿੱਚ ਹੁੰਦਾ, ਸਰਕਾਰੀ ਨੌਕਰੀ ਕਰਦਾ ਹੁੰਦਾ, MLA ਹੁੰਦਾ ਜਾਂ ਕੁਛ ਹੋਰ ਹੁੰਦਾ, ਔਰ ਉਹਦੀ ਮੌਤ ਹੋ ਜਾਂਦੀ ਆ। ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਜਿਹੜਾ ਉਹਦੇ ਤੇ ਡਿਪੈਂਡੈਂਟ ਹੁੰਦੇ ਨੇ ਉਹਨਾਂ ਦੇ ਲਈ ਕੋਈ ਵੀ ਸੋਰਸ ਆਫ ਇਨਕਮ ਨਹੀਂ ਹੁੰਦਾ, ਔਰ ਪਰਿਵਾਰ ਦੀ ਹਾਲਤ ਆ ਜਿਹੜੀ ਉਹ ਨਿਰਭਰਤਾ ਘਟ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਜਿਸ ਕਰਕੇ ਪਰਿਵਾਰ ਦੇ ਇੱਕ ਨੁਮਾਇੰਦੇ ਨੂੰ ਉਹਦੀ ਥਾਂ ਦੇ ਉੱਤੇ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਦਿੱਤੀ ਜਾਂਦੀ ਆ। ਪਰ ਇਹਨਾਂ ਨੇ ਤਾਂ ਮੀਨਿੰਗ ਹੀ ਬਦਲਤੇ। ਜਦੋਂ ਇਹਨਾਂ ਦੇ ਦਾਦਿਆਂ ਦੀ ਮੌਤ ਹੋਈ ਹੈ ਨਾ ਗਿੱਲ ਸਾਹਿਬ, ਜਦੋਂ ਫਤਿਹ ਜੰਗ ਬਾਜਵਾ ਦੇ ਜਿਹੜੇ ਹੁਣ ਪੁੱਤਰ ਨੂੰ ਅਰਜਨ ਸਿੰਘ ਬਾਜਵਾ ਨੂੰ ਪੁਲਿਸ ਦੇ ਵਿੱਚ ਇੰਸਪੈਕਟਰ ਭਰਤੀ ਕੀਤਾ ਹੈ, ਮੋਹਰ ਲਾਈ ਅੱਜ, ਜਦੋਂ ਇਹਦੇ ਦਾਦੇ ਦੀ ਮੌਤ ਹੋਈ ਹੈ 1987 ਦੇ ਵਿੱਚ, ਉਦੋਂ ਤੱਕ ਪਤਾ ਨਹੀਂ ਜੰਮਿਆ ਹੋਊ ਜਾਂ ਨਹੀਂ ਜੰਮਿਆ ਹੋਊਗਾ। ਸੋ ਕਰੋੜਪਤੀ ਪਰਿਵਾਰ ਨੇ, ਇਹਨਾਂ ਦੀ ਕੋਈ ਸੋਰਸ ਆਫ ਇਨਕਮ ਘੱਟ ਨਹੀਂ ਹੈ। ਜਿਨ੍ਹਾਂ ਦੀ ਮੌਤ ਹੋਈ ਉਹਨਾਂ ਦੇ ਉੱਤੇ ਇਹਨਾਂ ਦੀ ਡਿਪੈਂਡੈਂਸੀ ਕੋਈ ਨਹੀਂ ਸੀਗੀ। ਹੁਣ ਇਹ ਜਿਹੜੇ ਪੋਤਿਆਂ ਨੂੰ ਨੌਕਰੀ ਮਿਲੀ ਹੈ, ਇਹਨਾਂ ਦੀ ਤਾਂ ਉਹਦੇ ਦਾਦਿਆਂ ਤੇ ਕੋਈ ਨਿਰਭਰਤਾ ਨਹੀਂ ਸੀਗੀ। 1987 ਦੇ ਵਿੱਚ ਹੋਈਆਂ ਘਟਨਾਵਾਂ ਨੂੰ ਜਿਹੜਾ ਇਹਨਾਂ ਨੇ ਮਤਲਬ ਮੁੱਖ ਤੌਰ ਦੇ ਉੱਤੇ ਚਿੰਨ੍ਹਿਤ ਕਰਕੇ ਹੁਣ ਜਾ ਕੇ ਨੌਕਰੀਆਂ ਦੇਣ ਦਾ ਐਲਾਨ ਕੀਤਾ। ਸੋ ਇਹ ਬਹੁਤ ਗਲਤ ਹੋਇਆ ਜੋ ਹੋ ਰਿਹਾ। ਇਹ ਪੰਜਾਬ ਦੇ ਉਹਨਾਂ ਲੱਖਾਂ ਬੇਰੁਜ਼ਗਾਰਾਂ ਦੇ ਨਾਲ ਧੱਕਾ ਹੈ ਜਿਹੜੇ ਬੇਰੁਜ਼ਗਾਰਾਂ ਨੇ ਡਿਗਰੀਆਂ ਪ੍ਰਾਪਤ ਕੀਤੀਆਂ ਹੋਈਆਂ ਨੇ, ਔਰ ਕੈਪਟਨ ਅਮਰਿੰਦਰ ਸਿੰਘ ਕਰ ਕੀ ਰਹੇ ਨੇ। ਗਿੱਲ ਸਾਹਿਬ ਇਹ ਸਮਝਣ ਦੀ ਲੋੜ ਹੈ। ਕੈਪਟਨ ਅਮਰਿੰਦਰ ਸਿੰਘ 2022 ਦੀ ਤਿਆਰੀ ਕਰ ਰਹੇ ਨੇ। ਪਹਿਲਾਂ ਕੀ ਹੁੰਦਾ ਸੀ, ਜਦੋਂ 6 ਮਹੀਨੇ ਰਹਿ ਜਾਂਦੇ ਸੀ ਉਦੋਂ ਸਰਕਾਰਾਂ ਜਾਂ ਪਾਰਟੀਆਂ ਲੋਕ ਲੁਭਾਊ ਗੱਲਾਂ ਕਰਦੀਆਂ ਸੀ, ਲੋਕਾਂ ਨੂੰ ਲੁਭਾਉਣ ਲਈ ਨੌਕਰੀਆਂ ਕੱਢ ਦਿੰਦੀਆਂ ਸੀ। ਲੇਕਿਨ ਹੁਣ ਇਹਨਾਂ ਨੂੰ ਲੱਗਣ ਲੱਗ ਗਿਆ ਵੀ ਲੋਕਾਂ ਦਾ ਕੀ ਆ, ਤੁਸੀਂ MLA ਆਪਦੇ ਕਨੀ ਬੰਨੋ, MLA ਪੱਕੇ ਕਰੋ, ਲੋਕ ਤਾਂ ਆਪੇ ਪੱਕੇ ਹੋ ਜਾਣਗੇ। ਸੋ ਹੁਣ MLA ਨੂੰ ਨਾਲ ਖੜਾਇਆ ਜਾ ਰਿਹਾ ਹੈ। ਮੇਰੇ ਕੋਲ ਇੱਕ ਪੁਖਤਾ ਜਾਣਕਾਰੀ ਤਾਂ ਹੈ ਨਹੀਂ ਗਿੱਲ ਸਾਹਿਬ, ਪਰ ਮੈਨੂੰ ਪਤਾ ਇਹ ਲੱਗਿਆਗਾ ਕਿ ਪ੍ਰਤਾਪ ਸਿੰਘ ਬਾਜਵਾ ਦੀ ਮੀਟਿੰਗ ਹੋਈ ਹੈ ਕੈਪਟਨ ਅਮਰਿੰਦਰ ਦੇ ਨਾਲ 2 ਦਿਨ ਪਹਿਲਾਂ। ਗੁਪਤ ਮੀਟਿੰਗ ਹੋਈ ਆ ਪ੍ਰਤਾਪ ਬਾਜਵੇ ਦੇ ਨਾਲ। ਉਹ ਮੀਟਿੰਗ ਦੇ ਵਿੱਚ ਇਹਨਾਂ ਨੇ ਤੈਅ ਕੀਤਾ ਵੀ ਸਿੱਧੂ ਦਾ ਰਾਹ ਰੋਕੀਏ ਆਪਾਂ ਮਿਲ ਕੇ। ਪ੍ਰਤਾਪ ਸਿੰਘ ਬਾਜਵਾ ਨੂੰ ਮਾਲਵੇ ਚੋਂ MLA ਦੀ ਸੀਟ ਲੜਾਉਣੀ ਹੈ, ਔਰ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਕੈਬਨਿਟ ਦੇ ਵਿੱਚ ਅਹਿਮ ਮੰਤਰੀ ਬਣਾਉਣਾ ਅਗਲੀ ਚੋਣ ਦੇ ਵਿੱਚ। ਇਸ ਨਵਜੋਤ ਸਿੰਘ ਸਿੱਧੂ ਨੂੰ ਰੋਕਣ ਲਈ ਦੋਨੇ ਇਕੱਠੇ ਹੋ ਰਹੇ ਨੇ, ਤੇ ਉਹਦੇ ਵਿੱਚੋਂ ਹੀ ਨਿਕਲ ਕੇ ਆਇਆਗਾ ਜਿਹੜਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਿਹ ਜੰਗ ਬਾਜਵਾ ਦੇ ਪੁੱਤਰ ਨੂੰ ਪੁਲਿਸ ਇੰਸਪੈਕਟਰ ਆ ਜਿਹੜਾ ਤਰਸ ਦੇ ਆਧਾਰ ਦੇ ਉੱਤੇ ਉਹ ਲਾਉਣਾਗਾ। ਤੇ ਦੂਜਾ ਜਿਹੜਾ ਲਾਉਣਾਗਾ ਉਹ ਹੈਗਾਗਾ ਲੁਧਿਆਣਾ ਤੋਂ MLA ਰਕੇਸ਼ ਪਾਂਡੇ ਦਾ ਪੁੱਤਰ ਭੀਸ਼ਮ ਪਾਂਡੇ, ਉਹਨੂੰ ਨਾਇਬ ਤਹਿਸੀਲਦਾਰ ਆ ਜਿਹੜਾ ਉਹ ਲਾਇਆ ਜਾਣਾਗਾ। ਇਸ ਤੋਂ ਇਲਾਵਾ ਇੱਕ ਹੋਰ ਮੰਤਰੀ ਦਾ ਜਮਾਈ ਇੰਸਪੈਕਟਰ ਲਾਉਣ ਦੀ ਜਿਹੜੀ ਤਿਆਰੀ ਹੈਗੀ ਉਹ ਅੱਜ ਸ਼ੁਰੂ ਕਰ ਦਿੱਤੀ ਗਈ ਹੈ। ਇਹ 2 ਦੇ ਅੱਜ ਮੋਹਰ ਲੱਗ ਗਈ, ਇੱਕ ਦੀ ਪਹਿਲਾਂ ਲੱਗ ਚੁੱਕੀ ਔਰ ਤੀਜੇ ਦੀ ਜਿਹੜੀ ਉਹ ਸ਼ੁਰੂਆਤ ਹੋਣੀ ਹੈਗੀ। ਸੋ ਇਹ ਜੋ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈਗਾ ਇਹਦਾ ਇਹਨਾਂ ਨੂੰ ਇਲੈਕਸ਼ਨ ਦੇ ਵਿੱਚ ਦੇਣਾ ਪਊਗਾ। ਲੋਕ ਘੇਰਨਗੇ ਇਹਨਾਂ ਨੂੰ, ਲੋਕ ਪੁੱਛਣਗੇ ਸਵਾਲ ਇਹਨਾਂ ਨੂੰ ਕਿ ਤਕੜੇ ਘਰਾਂ ਦੇ ਮੁੰਡਿਆਂ ਨੂੰ ਨੌਕਰੀਆਂ ਦੇ ਕੇ ਤੁਸੀਂ ਤਰਸ ਦੇ ਆਧਾਰ ਦੇ ਉੱਤੇ ਪੰਜਾਬ ਦੇ ਲੋਕਾਂ ਨਾਲ ਮਜ਼ਾਕ ਕਰ ਰਹੇ ਹੋ। ਜੀ ਗਿੱਲ ਸਾਹਿਬ, ਲੋਕ ਤਾਂ ਘੇਰਦੇ ਨੇ, ਕਹਿੰਦੇ ਚੰਦੂ ਮਾਜਰਾ ਨੂੰ ਘੇਰਿਆ ਜੀ। ਜੀ ਗਿੱਲ ਸਾਹਿਬ, ਚੰਦੂ ਮਾਜਰੇ ਨਾਲ ਕਾਫੀ ਮਾੜੀ ਹੋਈ। ਦਰਅਸਲ ਚੰਦੂ ਮਾਜਰੇ ਦਾ ਨਾ ਅਸਲ ਦੇ ਵਿੱਚ ਜਿਹੜਾ ਅਨੰਦਪੁਰ ਸਾਹਿਬ ਸੀਟ ਸੀਗੀ ਉਹ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਕੀਤਾ ਸਮਝੌਤਾ, ਉਹ ਬਹੁਜਨ ਸਮਾਜ ਪਾਰਟੀ ਨੂੰ ਦੇਤੀ। ਚੰਦੂ ਮਾਜਰਾ ਉਸ ਸੀਟ ਤੇ ਕਈ ਮਹੀਨਿਆਂ ਦੇ ਗੇੜੇ ਮਾਰ ਰਿਹਾ ਸੀ, ਉੱਥੇ MLA ਲੜਨ ਦੀ ਤਿਆਰੀ ਖਿੱਚ ਰਿਹਾ ਸੀ। ਹੁਣ ਚੰਦੂ ਮਾਜਰਾ ਉਧਰੋਂ ਆ ਗਿਆ ਘਨੌਰ ਕਣੀ ਨੂੰ, ਘਨੌਰ ਦੀ ਸੀਟ ਤੋਂ ਚੰਦੂ ਮਾਜਰਾ ਜਿਹੜਾ ਉਹ MLA ਬਣਨ ਨੂੰ ਫਿਰਦਾ ਹੈ। ਇਹਦਾ ਮੁੰਡਾ ਵੀ MLA, ਮੁੰਡੇ ਨੂੰ ਇਹਨਾਂ ਨੇ ਮੰਤਰੀ ਨਹੀਂ ਬਣਾਇਆ। ਹੁਣ ਚੰਦੂ ਮਾਜਰੇ ਨੂੰ ਲੱਗਦਾ ਗਾ ਕਿ ਮੈਂ ਮੰਤਰੀ ਬਣ ਜਾ, MLA ਬਣ ਕੇ। ਚੰਦੂ ਮਾਜਰਾ ਆਪਦੀ ਤਿਆਰੀ ਖਿੱਚ ਰਿਹਾ। ਕੱਲ ਜਿਉਂ ਹੀ ਚੰਦੂ ਮਾਜਰਾ ਗਾ ਜਿਹੜਾ ਆਪਦੇ ਹਲਕੇ 'ਚ ਜਾਣ ਲੱਗਿਆ ਤਾਂ ਕਿਸਾਨ ਯੂਨੀਅਨ ਵਾਲਿਆਂ ਨੇ ਘੇਰ ਲਿਆ, ਕਾਲੇ ਲੈ ਲਏ ਝੰਡੇ, ਔਰ ਉਸ ਤੋਂ ਬਾਅਦ ਇਹਨੂੰ ਸਾਹਮਣੇ ਖੜਾ ਕੇ ਗਿੱਲ ਸਾਹਿਬ ਜਿਹੜੇ ਨਾਅਰੇ ਲਾਏ, ਉਹਨਾਂ ਨੇ ਕਿਹਾ ਚਿੱਟੇ ਬੰਗਲੇ ਨੀਲੇ ਮੋਰ, ਉਹ ਵੀ ਚੋਰ ਤੇ ਇਹ ਵੀ ਚੋਰ। ਇਹ ਨਾਅਰਾ ਗਾ ਮਤਲਬ ਵੀਡੀਓ ਵਾਇਰਲ ਹੋਈ ਆ, ਬਕਾਇਦਾ ਤੌਰ ਦੇ ਉੱਤੇ ਵੀਡੀਓ ਬਣੀ ਆ, ਔਰ ਤਣਾਅਪੂਰਨ ਮਾਹੌਲ ਬਣਿਆ ਤੇ ਕਾਫੀ ਘੇਰਿਆ ਚੰਦੂ ਮਾਜਰਾ। ਸੋ ਇਸ ਤਰ੍ਹਾਂ ਦੀ ਹਾਲਤ ਆ ਜਿਹੜੀ ਉਹ ਬਣੀ ਹੋਈ ਹੈਗੀ। ਪੰਜਾਬ ਦੇ ਵਿੱਚ ਵੜਨਾ ਸੌਖਾ ਨਹੀਂ ਹੈ। ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਬਣਨਾ
ਔਖਾ ਹੋਇਆ ਪਿਆ ਸੀ, ਹੁਣ ਕੈਪਟਨ ਅਮਰਿੰਦਰ ਸਿੰਘ ਦੇ ਵਿਧਾਇਕਾਂ ਦਾ ਵੀ ਤੇ ਅਕਾਲੀਆਂ ਦਾ ਵੀ ਔਖਾ ਹੋ ਜਾਣਾ ਪੰਜਾਬ ਦੇ ਵਿੱਚ, ਕਿਉਂਕਿ ਜਿਹੜੀ ਸਥਿਤੀ ਦਾ ਇਹ ਸਾਹਮਣਾ ਕਰ ਰਹੇ ਨੇ ਉਹਦੇ 'ਚ ਲੋਕ ਘੇਰਨਗੇ ਜੀ। ਅੱਛਾ ਜੀ, ਜੈਪਾਲ ਭੁੱਲਰ ਵਾਲੇ ਕੇਸ ਦੇ ਵਿੱਚ ਕੀ ਬਣਿਆ? ਹਲੇ ਸੰਸਕਾਰ ਕੀਤਾ ਨਹੀਂ, ਸਰੀਰ ਰੱਖਿਆ ਕਿੱਥੇ ਹੋਇਆ ਮੁੰਡੇ ਦਾ? ਜੀ ਗਿੱਲ ਸਾਹਿਬ, ਦੇਖੋ ਸਰੀਰ ਆ ਜਿਹੜਾ ਉਹਨੂੰ ਰੱਖਣ ਦੇ ਲਈ ਅੱਜ, ਕਿਉਂਕਿ ਸੁਪਰੀਮ ਕੋਰਟ ਗਿਆ ਸੀ ਜੈਪਾਲ ਭੁੱਲਰ ਦਾ ਪਿਤਾ, ਸਾਬਕਾ ਪੁਲਿਸ ਇੰਸਪੈਕਟਰ, ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰ ਖੜਕਾਇਆ ਉਹਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਕਲਕੱਤੇ ਦਾ ਮਸਲਾ ਸਾਡੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ, ਅਸੀਂ ਇਸ ਮਸਲੇ 'ਚ ਕੁਛ ਨਹੀਂ ਕਰ ਸਕਦੇ, ਔਰ ਉਹਨਾਂ ਨੇ ਪਟੀਸ਼ਨ ਆ ਜਿਹੜੀ ਵਾਪਸ ਕਰਤੀ, ਜਿਸ ਤੋਂ ਬਾਅਦ ਸੁਪਰੀਮ ਕੋਰਟ ਦਾ ਦਰ ਖੜਕਾਇਆ। ਅੱਜ ਸੁਪਰੀਮ ਕੋਰਟ ਨੇ ਗਿੱਲ ਸਾਹਿਬ ਦੋ ਜਿਹੜੀਆਂ ਚੀਜ਼ਾਂ ਨੇ ਉਹ ਕਹੀਆਂ ਨੇ। ਇੱਕ ਤਾਂ ਇਹ ਕਿ ਡੈੱਡ ਬੋਡੀ ਦੀ ਜਿਹੜੀ ਸੰਭਾਲ ਆ ਉਹ ਹੁਣ ਪੰਜਾਬ ਸਰਕਾਰ ਕਰੇ, ਉਦੋਂ ਤੱਕ ਜਦੋਂ ਤੱਕ ਕੋਈ ਫੈਸਲਾ ਨਹੀਂ ਹੋ ਸਕਦਾ, ਉਹਨੂੰ ਬਕਾਇਦਾ ਤੌਰ ਦੇ ਉੱਤੇ ਜਿਹੜਾ ਉਹ ਰੱਖਿਆ ਜਾਵੇ। ਦੂਸਰਾ ਜਿਹੜਾ ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਨਿਰਦੇਸ਼ ਦਿੱਤੇ ਨੇ ਕਿ ਤੁਸੀਂ ਇਸ ਫੈਸਲੇ ਦੀ ਸੁਣਵਾਈ ਕਰੋ, ਔਰ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਇਸ ਵਿਸ਼ੇ ਦੇ ਉੱਤੇ ਸੁਣਵਾਈ ਹੈ ਜਿਹੜੀ ਉਹ ਸ਼ੁਰੂ ਕਰ ਸਕਦਾ। ਸੋਮਵਾਰ ਨੂੰ ਆਸ ਉਮੀਦ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਇਸ ਵਿਸ਼ੇ ਦੇ ਉੱਤੇ ਸੁਣਵਾਈ ਕਰੂਗਾ। ਸੋ ਡੈੱਡ ਬੋਡੀ ਉਸ ਦੀ ਰੱਖੀ ਹੋਈ ਹੈ ਜੀ ਉਸ ਦੇ ਜ਼ਿਲ੍ਹੇ ਦੇ ਵਿੱਚ ਹੀ ਤੇ ਫਰੀਜ਼ਰ ਦੇ ਵਿੱਚ। ਜੈਪਾਲ ਭੁੱਲਰ ਦਾ ਮਸਲਾ ਬੜਾ ਗੰਭੀਰ ਹੈ, ਔਰ ਦੂਸਰਾ ਜਿਹੜਾ ਉਹਦੇ ਨਾਲ ਨੌਜਵਾਨ ਜਸਪ੍ਰੀਤ ਸਿੰਘ ਜੱਸੀ ਮਾਰਿਆ ਐਨਕਾਊਂਟਰ ਦੇ ਵਿੱਚ, ਉਹਦੀ ਪਤਨੀ ਜੇਲ੍ਹ ਤੋਂ ਬਾਹਰ ਆਈ ਹੈ। ਉਹਦੀ ਪਤਨੀ ਨੇ ਜਿਹੜੀ ਇੰਟਰਵਿਊ ਦਿੱਤੀ ਹੈ ਗਿੱਲ ਸਾਹਿਬ, ਉਹ ਕਹਿੰਦੀ ਵੀ ਉਹ ਸਿੱਖ ਨੌਜਵਾਨ ਸੀਗਾ, ਅੰਮ੍ਰਿਤਧਾਰੀ ਸੀ ਔਰ ਨਿਤਨੇਮ ਕਰਦਾ ਸੀ, ਗੈਂਗਸਟਰ ਵਾਲੀ ਤਾਂ ਕੋਈ ਗੱਲ ਨਹੀਂ ਸੀਗੀ, ਔਰ ਜੋ ਧੱਕੇਸ਼ਾਹੀ ਹੁੰਦੀ ਸੀ ਉਹਦੇ ਖਿਲਾਫ ਬੋਲਦਾ ਸੀ। ਸੋ ਇਹ ਕਿਉਂ ਗੈਂਗਸਟਰ ਬਣੇ, ਕੀ ਕਾਰਨ ਹੈ, ਕਿਸ ਤਰੀਕੇ ਨਾਲ ਹੁਣ ਉਹਦੀ ਪਤਨੀ ਨੂੰ ਮਤਲਬ ਉਹਦੇ ਟੇਕਿਆਂ ਤੋਂ ਚੱਕਿਆ ਗਿਆ, ਚੱਕ ਕੇ ਉਸ ਤੋਂ ਬਾਅਦ ਉਹ ਕਹਿੰਦੀ ਮੇਰੇ ਥੱਪੜ ਮਾਰੇ ਗਏ, ਕਰੰਟ ਲਾਇਆ ਗਿਆ, ਟੌਰਚਰ ਕੀਤਾ ਗਿਆ। ਸੋ ਇਹ ਪੰਜਾਬ ਪੁਲਿਸ ਕਰ ਕੀ ਰਹੀ ਹੈ, ਕੀ ਦੱਸਣਾ ਕੀ ਚਾਹੁੰਦੀ ਆ, ਸੰਕੇਤ ਕੀ ਦੇਣੇ ਚਾਹੁੰਦੀ ਆ? ਗੈਂਗਸਟਰ ਮਤਲਬ ਇੱਥੋਂ ਦੇ ਜਿਹੜੇ ਰਾਜ ਸੀ ਪੁਸਤ ਪਨਾਹੀ ਤੋਂ ਬਿਨਾਂ ਨਹੀਂ ਬਣਦੇ। ਗੈਂਗਸਟਰ ਜਿਹੜੇ ਬਣਦੇ ਨੇ, ਹਾਲਾਂਕਿ ਸ਼ਬਦ ਬੜਾ ਮਤਲਬ ਗੰਭੀਰ ਹੈ, ਕੋਈ ਇਹ ਉਵੇਂ ਦੇ ਗੈਂਗਸਟਰ ਨਹੀਂ ਹੈਗੇ। ਸਾਡੇ ਪੰਜਾਬ ਦੇ ਭੋਲੇ ਭਾਲੇ ਖੇਡਣ ਵਾਲੇ ਮੁੰਡੇ ਨੇ, ਜਿਹੜੇ ਮੁੰਡਿਆਂ ਨੂੰ ਰਾਜਸੀ ਆਗੂ ਆਪਦੀਆਂ ਉਂਗਲਾਂ ਤੇ ਚੜਾ ਕੇ ਨਜਾਇਜ਼ ਕੰਮ ਕਰਾਉਂਦੇ ਨੇ। ਪੁਲਿਸ ਇਹਨਾਂ ਨੂੰ ਸ਼ੈਲਟਰ ਕਰਦੀ ਹੈ, ਔਰ ਇਹ ਇੱਕ ਗੱਠਜੋੜ ਹੈ, ਜਿਹੜਾ ਗੱਠਜੋੜ ਪੁਲਿਸ ਸਿਆਸੀ ਤੇ ਗੁੰਡਿਆਂ ਦਾ ਗੱਠਜੋੜ ਹੈ, ਔਰ ਉਹਦੇ ਚੋਂ ਇਹ ਮਤਲਬ ਉੱਭਰਦੇ ਨੇ ਸਾਡੇ ਪੰਜਾਬ ਦੇ ਨੌਜਵਾਨ। ਜਦੋਂ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦੇ, ਹੋਰ ਕਿਸੇ ਪਾਸੇ ਕੋਈ ਕੰਮ ਨਹੀਂ ਮਿਲਦੇ, ਤਾਂ ਇਹ ਰਾਜਸੀ ਆਗੂਆਂ ਦੇ ਧੱਕੇ ਚੜ੍ਹਦੇ ਨੇ, ਤੇ ਜਦੋਂ ਪੁਲਿਸ ਦੇ ਗੁਲਾਮੇ ਨੂੰ ਹੱਥ ਪਾਉਂਦੇ ਨੇ ਉਸ ਤੋਂ ਬਾਅਦ ਐਨਕਾਊਂਟਰ ਕਰ ਦਿੱਤੇ ਜਾਂਦੇ ਨੇ। ਸਾਰਾ ਮਸਲਾ ਸਾਹਮਣੇ ਆ। ਇਸ ਕੇਸ ਦੀ ਜਾਂਚ ਹੋਣੀ ਚਾਹੀਦੀ ਹੈ, ਦੁਬਾਰੇ ਪੋਸਟਮਾਰਟਮ ਹੋਣਾ ਚਾਹੀਦਾ। ਗਿੱਲ ਸਾਹਿਬ, ਡੈੱਡ ਬੋਡੀ ਦੀ ਜੇ ਵੀਡੀਓ ਦੇਖੀਏ ਨਾ, ਉਹਦੇ ਤੋਂ ਪਤਾ ਲੱਗਦਾ ਹੈਗਾ ਕਿ ਵਾਕਈ ਉਹਦੀਆਂ ਬਾਂਹ ਤੋੜੀ ਹੋਈ ਆ, ਟੌਰਚਰ ਕੀਤਾ ਹੋਇਆ, ਬਾਅਦ 'ਚ ਗੋਲੀਆਂ ਮਾਰੀਆਂ ਹੋਈਆਂ ਨੇ। ਮਤਲਬ ਜਦੋਂ ਆਪਾਂ ਪਹਿਲੀ ਨਜ਼ਰੇ ਦੇਖਦੇ ਹਾਂ ਵੀਡੀਓ ਡੈੱਡ ਬੋਡੀ ਦੀ, ਤਾਂ ਇਹ ਗੱਲ ਸਾਫ਼ ਹੋ ਜਾਂਦੀ ਹੈ ਜੀ। ਐਮਐਲਏ ਮਾਣੂਕੇ ਭੁੱਖ ਹੜਤਾਲ ਤੇ ਕਾਹਦੇ ਲਈ ਬੈਠੇ ਆ? ਜੀ ਗਿੱਲ ਸਾਹਿਬ, ਐਮਐਲਏ ਸਰਬਜੀਤ ਕੌਰ ਮਾਣੂਕੇ ਆਮ ਆਦਮੀ ਪਾਰਟੀ ਦੀ ਆਗੂ ਹੈਗੀ, ਵਿਰੋਧੀ ਧਿਰ ਦੀ ਉਪ ਨੇਤਾ ਹੈ, ਔਰ ਉਹ ਮਰਨ ਵਰਤ ਦੇ ਉੱਤੇ ਚੌਥਾ ਦਿਨ ਉਹਨੂੰ ਲੁਧਿਆਣੇ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਬੈਠੇ ਨੇ। ਅੱਜ ਸਿਹਤ ਵੀ ਥੋੜੀ ਬਿਗੜੀ ਸੀ, ਡਾਕਟਰਾਂ ਦੀ ਟੀਮ ਸੱਦੀ ਗਈ ਚੈੱਕਅਪ ਦੇ ਲਈ। ਉਹ 2-3 ਮੰਗਾਂ ਦੇ ਲਈ ਬੈਠੇ ਨੇ। ਸਭ ਤੋਂ ਜਿਹੜੀ ਮੇਨ ਮੰਗ ਆ ਉਹਨਾਂ ਦੀ ਆਮ ਆਦਮੀ ਪਾਰਟੀ ਦੀ, ਉਹ ਹੈਗੀ ਹੈ ਗਿੱਲ ਸਾਹਿਬ ਕਿ ਜਿਹੜਾ ਵਜ਼ੀਫਾ ਹੈਗਾ ਦਲਿਤ ਵਿਦਿਆਰਥੀਆਂ ਦਾ, ਉਹ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਵੇ। ਉਹਦੇ ਤੇ ਅੱਜ ਪੰਜਾਬ ਕੈਬਨਿਟ ਨੇ ਮੋਹਰ ਵੀ ਲਾਤੀ ਕਿ 40% ਅਸੀਂ ਦੇਵਾਂਗੇ, 60% ਉਹਦੇ 'ਚ ਕੁਛ ਹਿੱਸਾ ਕੇਂਦਰ ਦਾ ਹੁੰਦਾ, ਉਹਦੇ ਲਈ ਅਸੀਂ ਕੇਂਦਰ ਨੂੰ ਲਿਖਾਂਗੇ। ਲੇਕਿਨ ਦੂਸਰਾ ਜਿਹੜਾ ਮਸਲਾ ਉਹਦੇ ਨਾਲ ਲਈ ਕਿ ਸਾਧੂ ਸਿੰਘ ਧਰਮਸੋਤ ਨੇ, ਆਮ ਆਦਮੀ ਪਾਰਟੀ ਦਾ ਕਹਿਣਾ ਇਹ ਹੈਗਾ ਕਿ ਇਸ ਵਿਭਾਗ ਦੇ ਵਿੱਚ ਕਰਪਸ਼ਨ ਕੀਤੀ ਆ, ਔਰ ਜਿਹਦੇ 'ਚ ਉਹ ਮੰਗ ਰਹੇ ਨੇ ਕਿ ਸਾਧੂ ਸਿੰਘ ਧਰਮਸੋਤ ਦਾ ਅਸਤੀਫਾ ਲਓ। ਤੇ ਇਸ ਵਿਸ਼ੇ ਦੇ ਉੱਤੇ ਆਮ ਆਦਮੀ ਪਾਰਟੀ ਦੀ ਜਿਹੜੀ ਆਗੂ ਹੈਗੀ ਉਹ ਮਰਨ ਵਰਤ ਦੇ ਉੱਤੇ ਬੈਠੀ ਆ। ਹੋਰ ਵੀ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਆਗੂ ਭੁੱਖ ਹੜਤਾਲ ਕਰ ਰਹੇ ਨੇ ਰੋਜ਼ਾਨਾ, ਲੇਕਿਨ ਉਹਨਾਂ ਦਾ ਮਰਨ ਵਰਤ ਹੈਗਾ ਜਿਹੜਾ ਆਉਣ ਵਾਲੇ ਦਿਨਾਂ 'ਚ ਅੱਗੇ ਵਧੂ। ਇਹ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਲਈ ਇੱਕ ਵੱਡੀ ਸਰਦਰਦੀ ਬਣ ਸਕਦਾ ਹੈਗਾ, ਸਾਧੂ ਸਿੰਘ ਧਰਮਸੋਤ ਨੂੰ ਬਚਾਉਣਾ। ਹੋਰ ਬੜੇ ਐਮਐਲਏ ਨੇ ਕੈਪਟਨ ਅਮਰਿੰਦਰ ਸਿੰਘ ਦੇ, ਬਹੁਤ ਸਾਰੇ ਮੰਤਰੀ ਨੇ ਜਿਨ੍ਹਾਂ ਦੇ ਉੱਤੇ ਇਸ ਤਰ੍ਹਾਂ ਦੇ ਦੋਸ਼ ਲੱਗਦੇ ਨੇ ਜੀ। ਅੱਛਾ ਜੀ, ਅਖੀਰ 'ਚ ਦੱਸਿਓ ਕਿ ਗੱਲ ਇਹ ਚੱਲ ਰਹੀ ਹੈ ਕਿ ਕਾਨੂੰਨ ਵਾਪਸ ਹੋ ਜਾਣਗੇ। ਤੋਮਰ ਕਹਿੰਦਾ ਕਾਨੂੰਨ ਵਾਪਸ ਨਹੀਂ ਹੋਣੇ ਜੀ। ਜੀ ਗਿੱਲ ਸਾਹਿਬ, ਦੇਖੋ ਜਿਹੜਾ ਨਰਿੰਦਰ ਤੋਮਰ ਖੇਤੀਬਾੜੀ ਮੰਤਰੀ ਆ, ਉਹਨੇ ਫਿਰ ਵਿਵਾਦਤ ਬਿਆਨ ਦਿੱਤਾ ਗਾ। ਉਹ ਕਹਿੰਦਾ ਖੇਤੀ ਕਾਨੂੰਨ ਵਾਪਸ ਨਹੀਂ ਅਸੀਂ ਲੈਂਦੇ, ਸਾਡੇ ਨਾਲ ਤੁਸੀਂ ਗੱਲ ਕਰਨੀ ਆ ਸੋਧਾਂ ਤੇ ਗੱਲ ਕਰ ਲਓ, ਹੋਰ ਕਿਸੇ ਵਿਸ਼ੇ ਦੇ ਉੱਤੇ ਗੱਲ ਕਰ ਲਓ, ਪਰ ਖੇਤੀ ਕਾਨੂੰਨ ਵਾਪਸ ਲੈਣ ਦੇ ਉੱਤੇ ਸਾਡੇ ਨਾਲ ਗੱਲ ਨਾ ਕਰੋ। ਦੂਜੇ ਬੰਨੇ ਮਨੋਹਰ ਲਾਲ ਖੱਟਰ ਰਿਪੋਰਟ ਤਿਆਰ ਕਰਕੇ ਦੇ ਰਿਹਾ ਗਾ ਕਿ ਇੱਥੇ ਅਨੈਤਿਕ ਕਾਰਵਾਈਆਂ ਹੁੰਦੀਆਂ, ਔਰਤਾਂ ਨਾਲ ਧੱਕੇਸ਼ਾਹੀ ਹੁੰਦੀ ਆ, ਹੋਰ ਫੇਕ ਗੱਲਾਂ ਲਿਖ ਕੇ ਉਹ ਕੇਂਦਰ ਨੂੰ ਇੱਕ ਰਿਪੋਰਟ ਬਣਾ ਕੇ ਦੇ ਰਿਹਾ। ਕੇਂਦਰ ਕਹਿ ਰਿਹਾ ਕਾਰਵਾਈ ਕਰੋ। ਕੇਂਦਰ ਕਾਰਵਾਈ ਦੀ ਤਿਆਰੀ 'ਚ ਨਜ਼ਰ ਆ ਰਿਹਾ ਹੈਗਾ। ਆਉਣ ਵਾਲੇ ਦਿਨਾਂ ਦੇ ਵਿੱਚ ਮਸਲਾ ਗੰਭੀਰ ਹੋ ਸਕਦਾ ਹੈ, ਤਣਾਅਪੂਰਨ ਮਾਹੌਲ ਬਣ ਸਕਦਾ ਹੈ। ਲੋਕਾਂ ਨੇ ਝੋਨਾ ਲਾ ਲਿਆ ਗਿੱਲ ਸਾਹਿਬ, 5-4 ਦਿਨ ਰਹਿੰਦੇ ਨੇ ਬਸ। ਇੱਧਰੋਂ ਵੀ ਟਰਾਲੀਆਂ ਭਰ ਦੁਬਾਰੇ ਕਿਸਾਨਾਂ ਦੀਆਂ ਜਾਣ ਵਾਲੀਆਂ ਨੇ ਦਿੱਲੀ ਨੂੰ।
ਤੇ ਉੱਥੇ ਜਾ ਕੇ ਉਧਰੋਂ ਕਰੋਨਾ ਵਾਲੀ ਸਥਿਤੀ ਵੀ ਹੈ ਜਿਹੜੀ ਉਹ ਡਾਮਾਡੋਲ ਹੋ ਗਿਆ। ਕਰੋਨਾ ਵੀ ਪਹਿਲਾਂ ਦੇ ਮੁਕਾਬਲੇ ਠੰਡਾ ਪੈਂਦਾ ਨਜ਼ਰ ਆ ਰਿਹਾ, ਜਿਸ ਕਰਕੇ ਦੁਬਾਰੇ ਕਿਸਾਨਾਂ ਦੇ ਕਾਫਲੇ ਉੱਥੇ ਜੁੜਨਗੇ। ਸੋ ਨਰਿੰਦਰ ਤੋਮਰ ਜਿਹੜਾ ਅੱਜ ਕੱਲ੍ਹ ਵਿਵਾਦਤ ਬਿਆਨ ਦੇ ਰਿਹਾ ਕਿ ਅਸੀਂ ਵਾਪਸ ਨਹੀਂ ਲੈਂਦੇ ਖੇਤੀ ਕਾਨੂੰਨ, ਉਹਨੂੰ ਵਾਪਸ ਲੈਣ ਲਈ ਮਜਬੂਰ ਹੋਣਾ ਪਵੇਗਾ ਜੀ। ਧੰਨਵਾਦ ਜੀ। ਸੋਮਵਾਰ ਸਵੇਰੇ ਫੇਰ ਗੱਲਬਾਤ ਕਰਦੇ ਹਾਂ। ਸ਼ੁਭ ਸ਼ਾਮਾਂ, ਤੁਹਾਡਾ ਵੀਕਐਂਡ ਵਧੀਆ ਰਹੇ। ਧੰਨਵਾਦ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਨਮਕਿਨ ਸਿੰਘ ਪੱਤੀ ਦੇਸ਼ ਪੰਜਾਬ ਦੇ ਝਰੋਖੇ ਚੋਂ ਗੱਲਬਾਤ ਕਰ ਰਹੇ ਸੀ। ਪੰਜਾਬ ਜਿੱਥੇ ਵੀ ਦੁਨੀਆ 'ਚ ਬੈਠੇ ਪ੍ਰੋਗਰਾਮ ਸੁਣਦੇ ਹੋ, ਧੰਨਵਾਦ। ਵਰਿੰਦਰ ਔਜਲਾ ਜੀ ਦਾ ਧੰਨਵਾਦ। ਇੰਗਲੈਂਡ ਦੇ ਵਿੱਚ ਪ੍ਰੋਗਰਾਮ ਸੁਣਦੇ ਨੇ। ਇੰਗਲੈਂਡ ਦੀ ਗੱਲ ਆਈ ਤਾਂ ਹੁਣੇ ਹੀ ਤੁਹਾਨੂੰ ਦੱਸਾਂ ਕਿ ਇੱਥੇ ਸੰਗਤ ਬਹੁਤ ਹੈ ਇਸ ਗਰੁੱਪ ਦੇ ਨਾਲ, ਜਿਹੜਾ ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਸਾਹਿਬ ਹੈ ਸਲੋ ਦੇ ਵਿੱਚ, ਇੰਗਲੈਂਡ ਦੇ ਵਿੱਚ। ਅਤੇ ਸਲੋ ਸ਼ਹਿਰ ਦੇ ਵਿੱਚ ਬਹੁਤ ਆਪਣਾ ਭਾਈਚਾਰਾ ਵਸਦਾ ਹੈ। ਬਾਹਰ ਹੈ, ਏਅਰਪੋਰਟ 'ਤੇ ਫਾਰਮ ਨੇ, ਖੁੱਲ੍ਹੀ ਜ਼ਮੀਨ ਆ ਉੱਥੇ। ਇਹ ਗੁਰਦੁਆਰਾ ਸਾਹਿਬ ਬਾਜ ਸਿੰਘ ਕੌਂਕੇ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲੇ ਦਿਨੋਂ ਕਿਸਾਨ ਮੋਰਚੇ 'ਤੇ ਲੰਗਰ ਦੀ ਸੇਵਾ ਜਿਹੜੀ ਗੁਰਦੁਆਰਾ ਸਾਹਿਬ ਵੱਲੋਂ ਇਹ ਸੰਗਤ ਵੱਲੋਂ ਕੀਤੀ ਜਾ ਰਹੀ ਹੈ। ਅਤੇ ਇੰਗਲੈਂਡ ਦੇ ਵਿੱਚ ਵੀ ਜਦ ਕੋਵਿਡ ਦੇ ਦੌਰਾਨ ਕਿਤੇ ਵੀ ਲੰਗਰ ਦੀ ਸੇਵਾ ਸੀ ਇਸ ਗੁਰਦੁਆਰਾ ਸਾਹਿਬ ਵੱਲੋਂ ਕੀਤੀ ਜਾਂਦੀ ਹੈ। ਧੰਨਵਾਦ ਬਹੁਤ ਬਹੁਤ ਮਨੁੱਖਤਾ ਦੇ ਇਸ ਕਾਰਜ 'ਚ ਹਿੱਸਾ ਪਾਉਣ ਲਈ। ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਸਾਹਿਬ ਸਲੋ। ਅਤੇ ਇੱਥੇ ਵੀ ਤੁਹਾਨੂੰ ਯਾਦ ਹੈ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਵੱਡੇ ਸਮਾਗਮ ਹਰ ਸਾਲ ਇਹ ਸੰਗਤ ਵੱਲੋਂ ਹੁੰਦੇ ਹੈ। ਅਤੇ ਧੰਨਵਾਦ ਬਹੁਤ ਬਹੁਤ। ਖਬਰਾਂ ਇੱਕ ਦੋ ਮੇਨ ਜਿਹੜੀ ਖਬਰ ਭਾਰਤ ਦੀ ਆ, ਗਾਜ਼ੀਆਬਾਦ ਦੇ ਵਿੱਚ 72 ਸਾਲ ਦਾ ਇੱਕ ਮੁਸਲਮਾਨ ਬਜ਼ੁਰਗ ਅਬਦੁਲ ਸਮਾਦ ਸੈਫੀ, ਜਦ ਉਹਨੂੰ ਕੁੱਟਿਆ ਗਿਆ ਅਤੇ ਕੁੱਟਣ ਤੋਂ ਬਾਅਦ ਉਹਨੂੰ ਕਿਹਾ ਵੀ ਕਹਿ ਬੰਦੇ ਮਾਤਰਮ ਤੇ ਜੈ ਸ਼੍ਰੀ ਰਾਮ, ਜਦ ਉਹਦੀਆਂ ਖਬਰਾਂ ਜਿਹੜੀਆਂ 3 ਜਰਨਲਿਸਟਾਂ ਨੇ ਛਾਪੀਆਂ ਟਵਿੱਟਰ 'ਤੇ ਚਾ ਕੇ, ਰਾਣਾ ਅਯੂਬ ਗੁਜਰਾਤ ਫਾਈਲਜ਼ ਵਾਲੇ, ਸਾਬਾ ਨਕਵੀ, ਜ਼ੁਬੇਰ ਅਹਿਮਦ, ਉਹਨਾਂ ਦੇ ਤਿੰਨਾਂ 'ਤੇ ਹੀ ਜਿਹੜਾ ਪੁਲਿਸ ਨੇ FIR ਕਰ ਦਿੱਤੀ। ਪੁਲਿਸ ਕਹਿੰਦੀ ਆ, ਕਹਿੰਦੇ ਇਹ ਤਾਂ ਇਹਨਾਂ ਦਾ ਆਪਸ ਵਿੱਚ ਝਗੜਾ ਸੀ, ਧਰਮ ਦਾ ਕੋਈ ਝਗੜਾ ਨਹੀਂ ਸੀ, ਕਿਉਂਕਿ ਇਸ ਬੰਦੇ ਨੇ ਇਹ ਕੁੱਟਣ ਵਾਲਿਆਂ ਨੂੰ ਤਵੀਜ਼ ਦਿੱਤੇ ਸੀ। ਜਿਹੜੇ ਕਾਲਾ ਇਲਮ ਹੈ ਨਾ, ਉਹ ਤਵੀਜ਼ ਜਿਹੜੇ ਦਿੱਤੇ ਨੇ। ਇੱਥੇ ਵੀ ਰਾਜਨੀਤਿਕ ਬੰਦੇ ਕਾਲੇ ਇਲਮ ਵਾਲੇ ਬਹੁਤ ਨੇ। ਉਹ ਕਹਿੰਦੇ ਬਈ ਇਹ ਸਾਨੂੰ ਵੋਟਾਂ ਜਿਤਾਉਂਦੇ ਆ। 10 ਕੁ ਸਾਲ ਪਹਿਲਾਂ ਇੱਕ ਨਗ ਪਾਉਣ ਵਾਲਾ ਨਾਲ ਭਾਈ ਤੁਰਿਆ ਫਿਰਦਾ ਸੀ, ਉਹ ਕਹਿੰਦਾ ਮੇਰੇ ਨਗ ਨਾਲ MLA MP ਬਣਦੇ ਆ। ਸਿਰੇ ਆ ਕਹਾਣੀ। ਇੱਥੇ ਵੀ ਉਹੀ ਹਾਲ ਹੈ। ਅਤੇ ਆਹ ਜਿਹੜੀ ਇਹ ਮੁਸਲਮਾਨ ਜਿਹੜਾ ਬਜ਼ੁਰਗ ਕੁੱਟਿਆ, ਉਸ ਨੂੰ ਕਿਹਾ, ਕਹਿੰਦਾ ਇਹ ਤਵੀਤ ਦਿੱਤਾ ਇਹਨੇ ਸਾਨੂੰ ਤਾਂ ਕੁੱਟਿਆ। ਦਿੱਤਾ ਤਵੀਤ ਆ, ਲਵਾਉਣਿਓ ਨਾਰੇ ਜੈ ਸ਼੍ਰੀ ਰਾਮ ਦੇ ਅਤੇ ਬੰਦੇ ਮਾਤਰਮ ਦੇ। ਉਹੀ ਸਿਸਟਮ ਦੇ ਵਿੱਚ ਗਾਜ਼ੀਆਬਾਦ ਪੁਲਿਸ ਨੇ ਨਹੀਂ ਵੀ ਇਹਦੇ 'ਤੇ ਜਿਹੜੀ ਗੱਲ ਕੀਤੀ ਕਿ ਬੁਲੰਦ ਸ਼ਹਿਰ ਦੇ ਏਰੀਏ ਦੇ ਵਿੱਚ ਇਹ ਬੰਦੇ ਨੂੰ ਬਿਠਾ ਕੇ ਲਿਜਾ ਕੇ ਕੁੱਟਿਆ ਅਤੇ ਵਾਇਰਲ ਵੀਡੀਓ ਹੋਈ। 3 ਜਰਨਲਿਸਟਾਂ 'ਤੇ ਕੇਸ ਕਰ ਦਿੱਤੇ ਗਾਜ਼ੀਆਬਾਦ ਪੁਲਿਸ ਨੇ। ਇਹ ਤਾਂ ਹੁਣ ਸਾਹਮਣੇ ਹੈ। ਜਿਹੜਾ ਹਲੇ ਵੀ ਉੱਥੇ ਪੰਗੇ ਲੈਂਦਾ, ਉਂਗਲਾਂ ਕਰਦਾ ਹੈ, ਉਹ ਤਾਂ ਮੁਸ਼ਕਲ ਹੈ। ਸੋ ਇਸ ਨੂੰ ਸਮਝਣ ਦੀ ਲੋੜ ਹੈ ਕਿ ਦੇਸ਼ ਕਿੱਧਰ ਨੂੰ ਜਾ ਰਿਹਾ ਹੈ। ਦੇਸ਼ ਦੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ, ਵੋਟਾਂ ਪਾਉਣ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ। ਮੈਂ ਬਹੁਤ ਵਾਰ ਇਹ ਦੱਸਿਆ ਕਿ ਸਦੀਆਂ ਤੋਂ ਰਹਿੰਦੇ ਯਹੂਦੀਆਂ ਨੂੰ ਜਰਮਨੀ ਦੇ ਵਿੱਚ ਜਦ ਟਾਰਗੇਟ ਕੀਤਾ ਗਿਆ ਨਾਜ਼ੀਆਂ ਵੱਲੋਂ, ਬਈ ਇਹ ਰਹਿੰਦੇ ਇੱਥੇ ਨੇ ਅਤੇ ਸਾਡਾ ਸੱਭਿਆਚਾਰ ਨਹੀਂ ਇਹਨਾਂ ਨੇ ਅਪਣਾਇਆ। ਇਹ ਸਿਨਾਗੋਗ 'ਚ ਜਾਂਦੇ ਨੇ ਅਤੇ ਬਸ ਫਿਰ ਜਿੱਦਣ ਪਹਿਲਾ ਸ਼ੀਸ਼ਾ ਟੁੱਟਿਆ ਉਹਨਾਂ ਦੇ ਸਿਨਾਗੋਗ ਦਾ, ਰਿਐਕਸ਼ਨ ਨਹੀਂ ਹੋਇਆ ਕਮਿਊਨਿਟੀ ਦੇ ਵਿੱਚੋਂ। ਯਹੂਦੀਆਂ ਨੇ ਤਾਂ ਕੀਤਾ, ਪਰ ਕਮਿਊਨਿਟੀ ਨੇ, ਜਰਮਨ ਲੋਕਾਂ ਨੇ ਨਹੀਂ ਕਿਹਾ ਸੜਕਾਂ 'ਤੇ ਆ ਕੇ ਗਲਤ ਹੋਇਆ। ਬਸ ਉਹ ਫਿਰ 50 ਲੱਖ ਅਤੇ 60 ਲੱਖ ਦੇ ਵਿੱਚ ਕਤਲ ਹੋਏ ਯਹੂਦੀਆਂ ਦੇ। ਔਸ਼ਵਿਜ਼ ਦੇ ਕੈਂਪਾਂ ਦੇ ਵਿੱਚ ਭਰੀਆਂ ਹੋਈਆਂ ਗੱਡੀਆਂ ਆਈਆਂ, ਪਰ
ਸਭ ਤੋਂ ਅੱਗੇ ਕੌਮੀਅਤ ਦੇ ਤੌਰ ਤੇ ਉਹਨਾਂ ਨੇ ਇਹ ਕੀਤਾ ਕਿ ਸਾਂਭ ਲਿਆ ਸਾਰਾ ਕੁਝ, ਕੈਂਪ ਵੀ ਉੱਥੇ ਖੜਾ ਤੇ ਨਾਜ਼ੀਆਂ ਨੂੰ ਕਬਰਾਂ ਵਿੱਚੋਂ ਕੱਢ ਕੇ ਪਿੰਜਰ ਲਿਆ ਕੇ ਉਹਨਾਂ ਦੇ ਗਰਦਨਾਂ ਨੂੰ ਰੱਸੇ ਪਾਤੇ। 80 ਸਾਲ ਦੇ 90 ਸਾਲ ਦੇ ਬੰਦਿਆਂ ਨੂੰ ਸਜ਼ਾਵਾਂ ਦਿੱਤੀਆਂ ਤੇ ਆਪਣਾ ਸੋਵਰਨ ਦੇਸ਼ ਹੈ ਉਹਨਾਂ ਦਾ। ਤੇ ਠੀਕ ਹੈ, ਕੌਨਫਲਿਕਟ ਦੇ ਵਿੱਚ ਨੇ, ਹੁਣ ਧੱਕਾ ਤਾਂ ਉਹ ਵੀ ਕਰ ਰਹੇ ਨੇ, ਜ਼ੁਲਮ ਉਹ ਵੀ ਕਰ ਰਹੇ ਨੇ, ਪਰ ਉਹਨਾਂ ਤੇ ਜ਼ੁਲਮ ਹੋਇਆ, ਉਹਨਾਂ ਨੇ ਆਪਣੇ ਜ਼ੁਲਮ ਨੂੰ ਸੋ ਇਹ ਨਹੀਂ ਹੈ ਵੀ ਕਰਦਾ ਕੌਣ ਹੈ, ਉਸ ਕਰਨ ਤੋਂ ਬਾਅਦ ਉਸ ਦੇ ਖਿਲਾਫ ਖੜਿਆ ਕੌਣ। ਕੀ ਕਮਿਊਨਿਟੀ ਜਿਹੜੀ ਰਲ ਕੇ ਇਸ ਗੱਲ ਤੇ ਬਾਹਰ ਆਈ ਵੀ ਯਾਰ ਇਹ ਧੱਕਾ ਕੀਤਾ ਤੁਸੀਂ। ਹੁਣ ਕੋਵਿਡ ਦੇ ਵਿੱਚ ਸਿੱਖਾਂ ਨੇ ਬਹੁਤ ਸਤਿਕਾਰ ਲੋਕਾਂ ਨੂੰ ਦਿੱਤਾ, ਜ਼ਿੰਦਗੀਆਂ ਬਚਾਈਆਂ, ਲੰਗਰਾਂ ਤੋਂ ਲੈ ਕੇ ਆਕਸੀਜਨ ਤੋਂ ਲੈ ਕੇ, ਪਰ ਭੀੜਾਂ ਦੇ ਸਾਹਮਣੇ ਆਕਸੀਜਨ ਦਾ ਸਿਲੰਡਰ ਕੱਖ ਨਹੀਂ। ਇਹ ਯਾਦ ਰੱਖਿਓ, ਇਹ ਸਿਲੰਡਰ ਨੇ ਜਿਹੜੇ ਇਹ ਕਦ ਗੈਸ ਦੀਆਂ ਜੈਰੀਕੈਨਾਂ ਦੇ ਵਿੱਚ ਬਦਲ ਜਾਣੇ ਨੇ, ਰੱਬ ਜਾਣਦਾ। ਤੇ ਸਰਕਾਰਾਂ ਫਿਰ ਕਿਵੇਂ ਉਹਨੂੰ ਦੱਬਦੀਆਂ ਨੇ 37 ਸਾਲ, ਉਹ ਵੀ ਤੁਹਾਡੇ ਸਾਹਮਣੇ ਆ। ਮਾਈਨੋਰਿਟੀਜ਼ ਕਿਤੇ ਵੀ ਨੇ ਦੁਨੀਆ ਦੇ ਵਿੱਚ, ਉਹਨਾਂ ਨੂੰ ਆਪਣਾ ਖਿਆਲ ਆਪ ਰੱਖਣ ਦੀ ਲੋੜ ਹੈ। ਸਾਊਦੀ ਅਰਬ ਦੀ ਇੱਕ ਖਬਰ ਹੈ, 26 ਸਾਲ ਦਾ ਇੱਕ ਨੌਜਵਾਨ ਮੁੰਡਾ ਮੁਸਤਫਾ ਅਲ ਦਰਵਿਸ਼, ਸਾਊਦੀ ਅਰਬ ਦੇ ਜਿਹੜੀ ਸ਼ਾਹੀ ਖਾਨਦਾਨ ਜਾਂ ਰਜੀਮ ਲਾ ਲਓ ਜਾਂ ਜਿਨ੍ਹਾਂ ਦੀ ਉੱਥੇ ਸਰਕਾਰ ਹੈ, ਉਹਨਾਂ ਨੇ ਉਹਨੂੰ ਫਾਹੇ ਲਾ ਦਿੱਤਾ। ਬੜਾ ਰੌਲਾ ਇਸ ਸਮੇਂ ਸਾਊਦੀ ਅਰਬ 'ਚ ਪਿਆ ਹੋਇਆ। 2015 ਦੇ ਵਿੱਚ ਇਸ ਮੁੰਡੇ ਨੇ 18 ਸਾਲ ਦੀ ਉਮਰ ਦੇ ਵਿੱਚ ਹਿੱਸਾ ਪਾ ਲਿਆ ਸੀ ਇੱਕ ਮੁਜ਼ਾਹਰੇ 'ਚ, ਬਸ ਜਦ ਹੀ ਫੜਿਆ ਹੋਇਆ, ਮਾਪਿਆਂ ਨੂੰ ਮਿਲ ਨਹੀਂ ਦਿੱਤਾ, ਕੁੱਟ ਉਹਦਾ ਬੁਰਾ ਹਾਲ ਕਰ ਦਿੱਤਾ, ਤੇ ਅਖੀਰ ਉਹ ਕਹਿੰਦੇ ਟੈਰਰਿਜ਼ਮ ਚਾਰਜਿਸ ਦੇ ਥੱਲੇ ਚੱਲ, ਕੋਈ ਦਲੀਲ ਨਹੀਂ, ਕੋਈ ਵਕੀਲ ਨਹੀਂ, ਕੁਛ ਨਹੀਂ ਹੈ। ਤੇ ਮਨੁੱਖੀ ਹੱਕਾਂ ਦਾ ਕੰਮ ਕਰਦੀ ਮਾਇਆ ਫੋਆ ਨੇ ਇੰਟਰਵਿਊ ਦਿੱਤੀ SBC ਨੂੰ। ਉਹ ਕਹਿੰਦੇ ਵੀ ਇਸ ਨੇ ਇਹ ਕਤਲ ਜਿਹੜਾ ਕੀਤਾ ਸਰਕਾਰ ਨੇ ਸ਼ਰੇਆਮ ਕੀਤਾ। ਮੁਸਤਫਾ ਅਲ ਦਰਵੇਸ਼ ਦੇ ਮਾਪੇ ਬਿਲਕਦੇ ਨੇ, ਸਾਊਦੀ ਅਰਬ 'ਚ ਗੱਲ ਚੱਲਦੀ ਹੈ। ਇਹ ਜਿਹੜਾ ਨਾ ਮੋਨਾਰਕੀ ਹੈ, ਇਹਨੂੰ ਕਦੇ ਮੁਸ਼ਕਲ ਆਉਣੀ ਹੈ ਜਿਸ ਤਰ੍ਹਾਂ ਉੱਥੇ ਜ਼ੁਲਮ ਹੋ ਰਿਹਾ, ਪਰ ਉਹ ਸੁਨੇਹਾ ਇਹਨਾਂ ਨੂੰ ਇਸ ਤਰ੍ਹਾਂ ਫਾਹੇ ਟਾਂਕੇ ਉਹ ਇਉਂ ਦਿੰਦੇ ਨੇ ਬਈ ਦੇਖਿਓ ਕਿਤੇ ਸਾਡੇ ਵੱਲ ਨਾ ਝਾਕ ਕੇ। ਪਰਸੋਂ ਨੂੰ ਐਤਵਾਰ ਨੂੰ ਬਾਪੂਆਂ ਦਾ ਦਿਨ ਹੈ, ਫਾਦਰਸ ਡੇ ਹੈ। ਜਿਹੜਾ ਵੀ ਕੋਈ, ਚਲੋ ਜਿਹੜਾ ਹੁਣ ਆ ਰਿਹਾ ਹੈ ਉਹ ਤਾਂ ਉੱਥੋਂ ਵੀ ਮਨਾਉਂਦਾ ਆਇਆ, ਜਿਹੜੇ 20-25 ਵਰ੍ਹੇ ਪਹਿਲਾਂ ਆਏ ਸਾਡੇ ਵਰਗੇ, ਉਹਨਾਂ ਨੂੰ ਇੱਥੇ ਪਤਾ ਲੱਗਿਆ ਵੀ ਬੇਬੇ ਬਾਪੂਆਂ ਦਾ ਦਿਨ ਮਨਾਇਆ ਜਾਂਦਾ ਹੈ। ਸਾਡੇ ਲਈ ਇਹ ਨਵੀਂ ਸੀ ਚੀਜ਼, ਬਿਲਕੁਲ। ਇਹਦੀ ਸ਼ੁਰੂਆਤ ਕਿਤੋਂ ਵੀ ਹੋਈ, ਪਰ ਇੱਥੇ ਦੇ ਸਿਸਟਮ ਦੇ ਵਿੱਚੋਂ ਹੀ ਹੋਈ। ਕਾਰਨ ਹੈ ਕਿ ਸਵੀਟ 16 ਤੇ ਪੂਰੀ ਸੈਲੀਬ੍ਰੇਸ਼ਨ ਦੇ ਨਾਲ ਜਵਾਕ ਨੂੰ ਘਰੋਂ ਭੇਜਦੇ ਆ ਇੱਥੇ ਲੋਕ, ਪੂਰੀ ਸੈਲੀਬ੍ਰੇਸ਼ਨ ਨਾਲ ਵੀ ਚਲੋ ਮਿੱਤਰੋ ਉੱਡੋ, ਲਾਓ ਅਡਾਰੀਆਂ, ਜ਼ਿੰਦਗੀ ਜਿਉ, ਰਹੋ, ਪੜ੍ਹੋ, ਜਿੱਥੇ ਮਰਜ਼ੀ ਕਰੋ। ਇੱਥੇ ਰਹਿਣਾ ਹੈ ਤਾਂ ਡਾਊਨਸਟੇਅਰ ਚੱਕੋ ਰੂਮ ਤੇ ਚੜ੍ਹੇ ਮਹੀਨੇ ਉਹਦਾ ਖਰਚਾ ਦੇਵੋ। ਇਹ ਸਿਸਟਮ ਹੈ ਜਿਹਦੇ ਵਿੱਚ ਇਹ ਲੋਕ ਜਿਉਂਦੇ ਆ। ਸਾਡੇ ਲਈ ਉਹ ਜੱਗੋਂ 13ਵੀਂ ਗੱਲ ਸੀ ਜਦ ਪਤਾ ਲੱਗਿਆ ਫਾਦਰਸ ਡੇ, ਮਦਰਸ ਡੇ। ਹੌਲੀ ਹੌਲੀ ਭਾਈਚਾਰਾ ਪੂਰਾ ਹੀ ਇਹਦੇ ਨਾਲ ਹੋ ਤੁਰਿਆ। ਇੱਥੇ ਨਹੀਂ, ਉੱਥੇ ਵੀ, ਪਿੱਛੇ ਦੇਸ਼ 'ਚ ਵੀ ਗੱਲ ਹੁੰਦੀ ਹੈ। ਬਰਸੀਮ ਦੀ ਭਰੀ ਚੱਕੀ ਆਉਂਦੇ ਬਾਪੂ ਨੂੰ ਸਵੇਰੇ ਜਵਾਕ ਕਹਿੰਦਾ ਹੈਪੀ ਫਾਦਰਸ ਡੇ। ਕਹਿੰਦਾ ਕੀ ਕਿਹਾ? ਕਹਿੰਦਾ ਬਾਪੂ ਅੱਜ ਬਾਪੂਆਂ ਦਾ ਦਿਨ ਹੈ। ਹਰੇ ਬਾਈ ਲੱਗੀ ਹੋਈ ਮੂਹਰੇ ਨੌਹਾਂ ਦੇ ਉੱਪਰ ਦਾਤੀ ਵਿੱਚ ਟੰਗੀ ਹੋਈ। ਉਹ ਕਹਿੰਦਾ ਜਾ ਗਾਂ ਕੋਈ ਬੰਦੇ ਵਾਲੀ ਗੱਲ ਕਰਿਆ, ਕਿਉਂਕਿ ਸਾਨੂੰ ਇਹ ਸਿਖਾਇਆ ਗਿਆ ਕਿ ਹਰ ਰੋਜ਼ ਇਹ ਮਾਪਿਆਂ ਦਾ ਦਿਨ ਹੈ। ਪਰ ਇਹ ਤੇ ਬਹਿਸ ਹੈ ਇੱਕ ਕਿਸਮ ਦੀ। ਇਹ ਮਾਪੇ ਦਾ ਦਿਨ ਤੇ ਮਾਪਿਆਂ ਨੂੰ ਸਾਂਭਣ ਦੀ ਗੱਲ ਜਿਹੜੀ ਹੈ, ਖਾਸ ਤੌਰ ਤੇ ਢਲਵੀਂ ਉਮਰ ਦੇ ਵਿੱਚ,
ਉਹ ਚੈਲੰਜ ਨੇ ਇੱਥੇ ਦੀ ਜ਼ਿੰਦਗੀ ਦੇ ਵਿੱਚ। ਉੱਥੇ ਕੋਈ ਤੰਗੀ ਨਹੀਂ, ਮੰਜਾ ਬਾਹਰ ਨੂੰ ਖਿੱਚ ਲਿਆ, ਮੰਜਾ ਛਾਵੇਂ ਕਰ ਲਿਆ, ਚਾਹ ਲਿਆਓ ਭਾਈ, ਆਹ ਲਿਆਓ। ਇੱਥੇ ਬਹੁਤ ਕੁਝ ਹੈ ਜਿਹਦਾ ਖਿਆਲ ਰੱਖਣਾ ਪੈਂਦਾ। ਜਿੱਥੇ ਧੀਆਂ ਪੁੱਤਾਂ ਨੇ ਮਾਪਿਆਂ ਨੂੰ ਸਾਂਭਣਾ, ਉੱਥੇ ਮਾਪਿਆਂ ਦੇ ਵੀ ਕੋਈ ਫਰਜ਼ ਨੇ ਇਸ ਉਮਰ ਦੇ ਵਿੱਚ ਕਿ ਉਹਨਾਂ ਨੇ ਆਪਣੇ ਆਪ ਨੂੰ ਕਿਵੇਂ ਜਿਹੜਾ ਉਹ ਮੇਨਟੇਨ ਕਰਨਾ ਹੈ, ਕਿਹੜੀਆਂ ਚੀਜ਼ਾਂ ਦਾ ਉਹਨਾਂ ਨੂੰ ਕਿਹੜੀ ਉਮਰ ਦੇ ਵਿੱਚ ਕਿਸੇ ਚੀਜ਼ਾਂ ਤੋਂ, ਕਿਸੀਆਂ ਆਦਤਾਂ ਤੋਂ ਪਿੱਛੇ ਮੁੜਨਾ ਪੈਣਾ, ਕਿ ਇੱਥੇ ਬੜਾ ਬੈਲੈਂਸ ਹੋ ਕੇ ਤੁਸੀਂ ਚੱਲਦੇ ਹੋ। ਹੁਣ ਕਾਰਨ ਕੀ ਹੈ ਬਈ ਪਰਦੇਸੀ ਹੋ ਗਏ, ਹੁਣ ਇਹਦੇ 'ਚ ਤਾਂ ਮਜਬੂਰੀ ਹੈ, ਜਿਹੜੇ ਰਹਿਣ ਲੱਗ ਗਏ ਉਹ ਤਾਂ ਇੱਥੇ ਜੋਗੇ ਹੀ ਨੇ। ਹੁਣ ਵੱਧ ਤੋਂ ਵੱਧ 2 ਮਹੀਨੇ 3 ਮਹੀਨੇ 4 ਮਹੀਨੇ ਮਾਪੇ ਜਿਨ੍ਹਾਂ ਦੇ ਜਾਂਦੇ ਆ, ਜਿਨ੍ਹਾਂ ਦਾ ਘਰ-ਬਾਰ ਪਿੱਛੇ ਹਲੇ ਸੈੱਟ ਹੈ, ਕੋਈ ਨਾ ਕੋਈ ਸੈੱਟ ਕੀਤਾ ਹੋਇਆ ਸਾਂਭ ਸਵਈਏ ਵਾਲਾ, ਉਹ ਜਾਂਦੇ ਆ 5-4 ਮਹੀਨੇ ਰਹਿੰਦੇ ਆ। ਅੱਛਾ, ਜਿਹੜੇ ਸਾਡੇ ਇੱਥੇ ਪੈਦਾ ਹੋਇਆ ਉਹਨਾਂ ਲਈ ਇਹ ਬਹੁਤ ਵੱਡੀਆਂ ਸੈਲੀਬ੍ਰੇਸ਼ਨਸ ਨੇ। ਫਾਦਰਸ ਡੇ, ਮਦਰਸ ਡੇ, ਉਹਨਾਂ ਨੇ ਜ਼ੋਰ ਲਾਉਣਾ ਹੈ, ਉਹਨਾਂ ਨੇ ਤੋਹਫੇ ਲੈ ਕੇ ਆਉਣੇ ਨੇ, ਉਹਨਾਂ ਨੇ ਦਿਲੋਂ ਪਿਆਰ ਕਰਨਾ, ਕਿਉਂਕਿ ਉਹਨਾਂ ਨੇ ਦੇ ਲਈ ਇਹ ਬਿਲਕੁਲ ਜ਼ਿੰਦਗੀ ਦਾ ਇੱਕ ਹਿੱਸਾ ਵੀ ਇਹ ਦਿਨ ਆਉਣੇ ਨੇ। ਕ੍ਰਿਸਮਸ ਦੇ ਦਿਨਾਂ ਦੇ ਵਿੱਚ ਆਪਾਂ ਹਾਲੇ ਕਹਿੰਦੇ ਆ ਵੀ ਸਾਡੇ ਤੇ ਬਹੁਤ ਵੱਡੇ ਦਿਨ ਨੇ, ਸਾਹਿਬਜ਼ਾਦੇ ਦੀ ਸ਼ਹੀਦੀ ਦੇ ਦਿਨ ਨੇ। ਸਾਹਿਬ ਨੇ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਲੈ ਕੇ ਤੇ ਮਾਛੀਵਾੜੇ ਦਾ ਸਫ਼ਰ ਹੈ, ਤੇ ਗੁਰੂ ਕਿਰਪਾ ਦੇ ਨਾਲ ਉਹਦੇ 'ਚ ਬਹੁਤ ਜ਼ਿਆਦਾ ਜਿਹੜੀ ਸਾਖਰਤਾ ਆਈ ਹੈ ਪਿਛਲੇ 5-7 ਸਾਲਾਂ 'ਚ, ਦਿਨ ਦੇ ਹਿਸਾਬ ਨਾਲ। ਅੱਜ ਕਿੱਥੇ ਸੀ, ਅੱਜ ਕਿੱਥੇ ਸੀ, ਅੱਜ ਕੀ ਹੈ। ਅੱਜ ਘੁੰਮੇ ਮਾਸ਼ਕੀ ਨੂੰ ਕਿਹੜਾ ਜਾਣਦਾ ਸੀ ਅੱਜ ਤੋਂ 5-7 ਸਾਲ ਪਹਿਲਾਂ। ਇਹ ਫੇਸਬੁੱਕ ਦੀਆਂ ਕਰਾਮਾਤਾਂ, ਬਹੁਤ ਫਾਇਦਾ ਵੀ ਹੈ, ਨੁਕਸਾਨ ਵੀ ਹੈ। ਪਰ ਬਾਪੂ ਵਾਲੀ ਜ਼ਿੰਮੇਵਾਰੀ ਬਹੁਤ ਬੜੀ ਹੈ। ਅੱਜ ਇਸ 'ਤੇ ਗੱਲ ਮੈਂ ਕਰਨੀ ਹੈ ਵੀ ਸਾਨੂੰ ਬਹੁਤ ਘੱਟ ਅਸਾਸਿਆਂ ਦੇ ਨਾਲ ਕਿਵੇਂ ਪਾਲਿਆ ਉੱਥੇ। ਤੇ ਉਹੀ ਕਾਰਨ ਨੇ, ਜੇ ਕੋਈ ਪੜ੍ਹ ਕੇ ਆ ਗਿਆ, ਪੁਆਇੰਟ ਸਿਸਟਮ 'ਤੇ ਆ ਗਿਆ, ਵਿਆਹ ਕਰਾ ਕੇ ਆ ਗਿਆ, ਸਾਰਾ ਕੁਛ ਉਹਨਾਂ ਦੇ ਆਲੇ ਦੁਆਲੇ ਹੀ ਹੈ। ਜੇ ਜ਼ਮੀਨ ਜਾਇਦਾਦ ਦਾ ਤਾਂ ਰਿਸ਼ਤਾ ਹੋ ਗਿਆ, ਪੁਆਇੰਟ ਸਿਸਟਮ 'ਤੇ ਪੜ੍ਹਾਈ ਕੀਤੀ ਤਾਂ ਉਹ ਵੀ ਉਹਨਾਂ ਨੇ ਕੀਤੀ, ਬਹੁਤ ਘੱਟ ਰਿਸੋਰਸਿਸ ਦੇ ਵਿੱਚ। ਪਰ ਉਹ ਜ਼ਿੰਮੇਵਾਰੀ ਬਾਪੂ ਦੀ ਬਹੁਤ ਵੱਡੀ ਹੈ। ਜਦ ਖੁਦ ਬਣਦੇ ਹੋ ਤਾਂ ਪਤਾ ਲੱਗਦਾ ਹੈ। ਨਾਲ ਤੁਸੀਂ ਸ਼ਾਮਲ ਹੁੰਦੇ ਰਹਿਣਾ, ਗੱਲਬਾਤ ਵੀ ਕਰਦਾ ਮੈਂ ਰਹਾਂਗਾ। ਸਰਦਾਰ ਸੰਦੀਪ ਸਿੰਘ ਗਰੇਵਾਲ, ਲਾਈਨ ਨੰਬਰ 1। ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਗਰੇਵਾਲ ਸਾਹਿਬ। ਆਪਣੇ ਲਈ ਉਦਾਂ ਮੈਂ ਤਾਂ ਸੋਚਦਾ ਵੀ ਮਦਰ ਡੇ, ਫਾਦਰ ਡੇ ਸਾਡੇ ਲਈ ਤਾਂ ਐਵਰੀ ਡੇ ਆ, ਕਿਉਂਕਿ ਜਿਹੋ ਜਿਹਾ ਅਸੀਂ ਪਿੱਛੋਂ ਦੇਖਦੇ ਆਏ ਆ, ਕੋਈ ਸਾਡੇ ਲਈ ਕੋਈ ਇੱਕ ਦਿਨ ਸਪੈਸ਼ਲ ਨਹੀਂ ਆ। ਅਸੀਂ ਫੈਮਿਲੀ ਨਾਲ ਸਪੈਂਡ ਕਰਦੇ ਹਾਂ ਸਮਾਂ, ਐਵਰੀ ਡੇ ਸਾਡੇ ਲਈ ਸਪੈਸ਼ਲ ਡੇ ਆ। ਤੇ ਪਰ ਉਦਾਂ ਜਿੱਦਾਂ ਹੁਣ ਇੱਥੇ ਸਾਨੂੰ ਪਤਾ, ਮੈਂ ਇਕੱਲਾ ਹੀ ਰਹਿਣਾ ਇੱਥੇ, ਤੇ ਫਾਦਰ ਸਾਹਿਬ ਉੱਥੇ ਰਹਿੰਦੇ ਆ। ਮਤਲਬ ਜਦ ਪਿੱਛੇ ਜੇ ਮੇਰੇ ਕੋਲ ਆ ਕੇ ਉਹ ਰਹੇ ਸੀਗੇ, ਜਦ ਮੈਂ ਕਿਤੇ ਆਉਣਾ ਜਾਣਾ, ਉਹ ਮਾੜੀ ਮੋਟੀ ਰੋਕ ਟੋਕ, ਹਾਂ ਵੀ ਕਿੱਥੇ ਗਿਆ, ਕਿੱਥੋਂ ਆਇਆ, ਜੇ ਕਿਤੇ ਜਾਣਾ ਤੂੰ ਆ ਜਾਏਗਾ ਟਾਈਮ ਨਾਲ। ਤੇ ਮੈਂ ਫਾਦਰ ਨੂੰ ਫੋਨ ਲੈ ਕੇ ਦੇਤਾ ਸੀ, ਜੇ ਮੈਂ ਕਿਤੇ ਲੇਟ ਲੂਟ ਹੋਣਾ ਉਹਨਾਂ ਨੇ ਫੋਨ ਕਰ ਲੈਣਾ, ਹਾਂ ਵੀ ਜਵਾਨ ਆਇਆ ਨਹੀਂ ਹਜੇ, ਕਦੋਂ ਆਉਣਾ। ਤੇ ਕਦੇ ਲੇਟ ਵੀ ਹੋ ਜਾਣਾ, ਤੇ ਉਹਨਾਂ ਨੇ ਸਾਰਿਆਂ ਨੇ ਸੌ ਜਾਣਾ, ਉਹਨਾਂ ਨੇ ਲਿਵਿੰਗ ਰੂਮ 'ਚ ਬੈਠੇ ਰਹਿਣਾ, ਤੇ ਮੈਂ ਆਪਦੇ ਜਿਹੜੇ ਪੈਰ ਦੱਬ ਕੇ ਆਉਣਾ ਵੀ ਚੱਲ ਸੌਂ ਗਏ ਸਾਰੇ। ਉਹਨਾਂ ਨੇ ਹਨੇਰੇ 'ਚ ਬੈਠੇ ਕਹਿਣਾ ਹਾਂ ਵੀ ਆ ਗਿਆ, ਹਾਂ ਡੈਡੀ ਜੀ ਆ ਗਿਆ। ਫਿਰ ਉਹਨਾਂ ਨੇ ਜਦ ਦੇਖਣਾ ਆ ਗਿਆ, ਚਾਬੀ ਚੁਬੀ ਰੱਖ ਲਈ, ਚੰਗਾ। ਫਿਰ ਉਹਨਾਂ ਨੇ ਉੱਠ ਕੇ ਜਾ ਕੇ ਸੌਣਾ। ਮਤਲਬ ਚੀਜ਼ ਫੀਲ ਹੁੰਦੀ ਆ ਵੀ ਯਾਰ ਬਜ਼ੁਰਗ ਚਾਹੀਦਾ ਕੋਈ ਨਾ ਕੋਈ ਘਰੇ, ਜਿਹੜਾ ਸਾਨੂੰ ਪੁੱਛਣ ਕਰਨ ਵਾਲਾ, ਸਾਨੂੰ ਮਾੜਾ ਮੋਟਾ ਡਰ ਹੋਵੇ। ਮਤਲਬ ਬਾਹਰੀ ਆਜ਼ਾਦੀ ਜੂਦੀ ਪਤਾ ਨਹੀਂ ਕੀ ਗੱਲ, ਅੱਜ ਕੱਲ੍ਹ ਕਿੱਦਾਂ ਫਰੀਡਮ ਦੀਆਂ ਗੱਲਾਂ ਕਰਦੇ ਆ। ਮੈਨੂੰ ਤਾਂ ਕਈ ਵਾਰ ਲੱਗਦਾ ਹੁੰਦਾ ਵੀ ਇੰਨੀ ਆਜ਼ਾਦੀ ਜੂਦੀ ਸਾਨੂੰ ਲੋੜ ਨਹੀਂ। ਅਸੀਂ ਜਿੱਥੋਂ ਆਏ ਆ, ਜਿਹੜੀ ਚੀਜ਼ਾਂ ਚਾਹੀਦੇ ਪਰਿਵਾਰਾਂ ਤੋਂ, ਅਸੀਂ ਜੋ ਚੀਜ਼ਾਂ ਸਿੱਖ ਕੇ ਆਏ ਆ, ਸਾਨੂੰ ਤਾਂ ਬਜ਼ੁਰਗ ਕੋਈ ਹੋਵੇ ਮਾੜਾ ਮੋਟਾ ਮੂਹਰੇ ਰੋਕਣ ਟੋਕਣ ਵਾਲਾ, ਉਹ ਚੀਜ਼ ਮੈਨੂੰ ਇੱਥੇ ਆਲਵੇਜ਼ ਮਹਿਸੂਸ ਹੁੰਦੀ ਹੈ। ਜੇ ਉੱਧਰ ਉਹਨਾਂ ਦਾ ਕੋਈ ਦੁਖਦਾ ਵੀ ਆ, ਤੇ ਮੇਰੇ ਦਿਹਾੜੀ 'ਚ 3-3 ਫੋਨ, ਹਾਂਜੀ ਹਾਂਜੀ ਕਿਵੇਂ ਹੋ ਜੀ, ਠੀਕ ਆ, ਡਾਕਟਰ ਦੇ ਗਏ, ਰਿਪੋਰਟ ਲਈ, ਕੀ ਆ ਕੀ ਨਹੀਂ। ਮਤਲਬ ਉਹ ਚੀਜ਼ ਮੈਨੂੰ ਇੱਥੇ ਫੀਲ ਹੁੰਦੀ ਆ ਵੀ ਅਸੀਂ ਯਾਰ ਇਹ ਚੀਜ਼ਾਂ, ਅਸੀਂ ਅੱਜ ਹੈਗਾ ਇੱਕ ਬ੍ਰਦਰ ਉੱਥੇ ਵੀ, ਅੱਜ ਇਹੋ ਜਿਹੇ ਟਾਈਮ ਤਾਂ ਅਸੀਂ ਉਹਨਾਂ ਦੇ ਕੋਲੇ ਰਹਿਣਾ ਸੀ, ਆਲਵੇਜ਼ ਉਹਨਾਂ ਦੇ ਨਾਲ ਰਹਿਣਾ, ਬਹਿਣਾ ਉੱਠਣਾ ਸੀ। ਹੁਣ ਇਹ ਚੀਜ਼ ਆ ਵੀ ਇਹ ਨਹੀਂ ਦੂਰ ਰਹਿ ਕੇ ਪੂਰੀ ਹੋ ਸਕਦੀ। ਤੰਗੀ ਹੈ ਜੀ, ਬਹੁਤ ਵੱਡੀ ਤੰਗੀ ਆ ਜੀ, ਬਹੁਤ ਵੱਡੀ ਤੰਗੀ ਆ ਬਾਈ ਜੀ ਇਹ। ਧੰਨਵਾਦ ਜੀ, ਥੈਂਕ ਯੂ ਜੀ। ਸਰ ਸੰਦੀਪ ਸਿੰਘ ਗਰੇਵਾਲ ਦੋਲੋਂ ਅਮਰਾਵਤੀ ਰਹੇ ਨੇ। ਸੰਦੀਪ ਹੁਣੀ ਉੱਥੇ ਮਹਾਰਾਸ਼ਟਰ ਦੇ ਵਿੱਚ ਬਹੁਤ ਸਿੱਖਾਂ ਦੇ ਪਰਿਵਾਰ ਨੇ ਅਮਰਾਵਤੀ ਦੇ ਵਿੱਚ, ਤੇ ਉਹ ਵੀ ਪ੍ਰਦੇਸ਼ ਸੀ, ਪੰਜਾਬ ਛੱਡ ਕੇ ਜਨਮੇ ਬਹੁਤਾਂ ਦਾ ਕਲਕੱਤੇ ਤੇ ਬੰਬੇ, ਦਿੱਲੀ ਹੋਇਆ। 84 ਤੋਂ ਬਾਅਦ ਫਿਰ ਉਹਨਾਂ ਦੇ ਮਨ ਦੇ ਵਿੱਚ ਹੋਇਆ
ਪਰ ਇਹ ਜ਼ਿੰਮੇਵਾਰੀ ਬਹੁਤ ਮਿੱਤਰਾ ਵੱਡੀ ਹੈ। ਪੈਸੇ ਧੇਲੇ ਨਾਲ ਇਹਦਾ ਕੋਈ ਥਾਂ ਨਹੀਂ ਹੈ। ਪੈਸਾ ਕੁਛ ਨਹੀਂ ਇਹ 'ਚ ਕਰ ਸਕਦਾ। ਬਾਪ ਬਣਨਾ, ਪਿਤਾ ਬਣਨਾ ਅੱਜ ਦੇ ਸਮੇਂ ਦੇ ਵਿੱਚ ਸੌਖਾ ਨਹੀਂ ਹੈ। ਚੈਲੰਜਸ ਬਹੁਤ ਨੇ, ਇੱਥੇ ਬਹੁਤ ਵੱਡੇ ਚੈਲੰਜਸ ਨੇ। ਕੁਲਵੀਰ ਸਿੰਘ ਲੇਹਲ ਜੀ, ਲਾਈਨ ਨੰਬਰ 2। ਹਾਂਜੀ ਸਰਦਾਰ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ। ਜਿਵੇਂ ਨਾ ਤੁਸੀਂ ਗੱਲ ਕਰਦੇ ਆ ਵੀ ਬਾਪ ਬਣਨਾ ਬਹੁਤ ਸੌਖਾ, ਬਾਪ ਦੀ ਥੋੜ ਵੀ ਉਹਨੂੰ ਪਤਾ ਹੁੰਦਾ ਵੀ ਕਿੱਦਾਂ। ਮੇਰੇ ਤੇ ਬਾਪ ਸਿਰ ਤੋਂ ਛੋਟੇ ਹੁੰਦੇ ਦਾ ਗਿਆ ਤੇ ਮੈਂ 4 ਸਾਲ 5 ਸਾਲ ਦਾ ਸੀ ਜਾਂਦਾ। ਜਦੋਂ ਤੁਸੀਂ ਪਲਦੇ ਆ ਨਾ ਆਪਣੀ ਜ਼ਿੰਮੇਵਾਰੀ ਤੇ ਫਿਰ ਤੁਹਾਨੂੰ ਬਾਪ ਦੀ ਜਿਹੜੀ ਕਦਰ ਆ ਬਹੁਤ ਮਹਿਸੂਸ। ਮੈਂ ਆਪ ਹੀ ਖੁਦ ਜੋ ਕੀਤਾ ਆਪ ਹੀ ਕੀਤਾ, ਕਤਰਾ ਇੱਥੇ ਵੀ ਉੱਥੇ ਵੀ ਆਪਣੇ ਸਿਰਕੋ ਦੀ ਕਦਰ ਹੈ ਨਾ। ਪਰ ਜ਼ਿੰਦਗੀ ਤੁਹਾਨੂੰ ਜਿਉਣੀ ਆ ਜਾਂਦੀ, ਫਿਰ ਤੁਹਾਨੂੰ ਜਿਹੜੀਆਂ ਪ੍ਰਾਈਵੇਸੀਆਂ ਜਾਂ ਤੁਹਾਨੂੰ ਜਿੱਦਾਂ ਆਪਾਂ ਕਹਿੰਦੇ ਸਾਡੀ ਫਰੀਡਮ ਸਾਰੇ ਖਤਮ ਹੋ ਜਾਂਦੇ। ਫਿਰ ਤੁਹਾਨੂੰ ਇੱਕ ਫੋਕਸ ਦਿਸਦਾ ਵੀ ਹਾਂ ਮੇਰੇ ਮਾਂ ਪਿਓ ਹੁੰਦੇ ਮੈਂ ਅੱਜ ਉਸ ਚੀਜ਼ ਦੇ ਵਿੱਚ ਚੰਗੀ ਤਰ੍ਹਾਂ ਵਿਚਰਦਾ ਨਾ। ਹਾਂ ਜੇ ਮੈਂ ਹੁਣ ਬਾਪ ਆਪਣੇ ਬੱਚਿਆਂ ਦਾ ਬਣਿਆ, ਮੈਨੂੰ ਆਪਣੇ ਬੱਚਿਆਂ ਦੇ ਫੋਕਸ ਕਰਨਾ ਚਾਹੀਦਾ। ਮੈਨੂੰ ਆਪਣੀਆਂ ਜਿਹੜੀਆਂ ਹੁਣ ਜ਼ਿੰਮੇਵਾਰੀਆਂ ਨਿਭਾਉਣੀਆਂ ਪੂਰੀਆਂ ਚਾਹੀਦੀਆਂ, ਜਿੱਦਾਂ ਵੀ ਹੈਗੀਆਂ ਮਾੜੀਆਂ ਚੰਗੀਆਂ ਨਾ। ਕਿਉਂ ਮੈਂ ਦੇਖਿਆ ਉਹ ਦੁੱਖ ਨਾ, ਜੇ ਆਪਾਂ ਅੱਜ ਇੱਥੇ ਦੁਨੀਆ ਦੇ ਵਿੱਚ ਡਿਵੋਰਸ ਹੋ ਜਾਂਦੇ ਆ, ਸੈਪਰੇਟ ਹੋ ਜਾਂਦੇ ਆ ਨਾ, ਅਲੱਗ-ਅਲੱਗ ਹੋ ਜਾਂਦੇ ਆ ਹਨਾ, ਉਹਨਾਂ ਦੇ ਵਿੱਚ ਜਿਹੜੇ ਬੱਚੇ ਆ ਏਦਾਂ ਪੀਸ ਹੋ ਜਾਂਦੇ ਆ। ਤੁਸੀਂ ਆਪਣੀ ਜ਼ਿੰਮੇਵਾਰੀ ਦੋਨੇ ਜਾਣੇ ਭਜਦੇ ਆ ਜੋ ਡਿਵੋਰਸ ਹੁੰਦਾ ਨਾ। ਬਹੁਤ ਵੱਡੀ ਜੇ ਲੇਡੀ ਥੋੜੀ ਜਿਹੀ ਗਰਮ ਆ ਤਾਂ ਉਹਨੇ ਵੀ ਸੋਚਣਾ ਜਿਹੜਾ ਮੇਰੇ 2 ਬੱਚੇ ਆ, ਮੈਂ ਉਹਨਾਂ ਦਾ ਫਿਊਚਰ ਬਣਾਉਣਾ ਆ, ਮੈਂ ਇਹਨਾਂ ਨੂੰ ਜਨਮ ਦਿੱਤਾ। ਜੇ ਆਪਾਂ ਅਲੱਗ-ਅਲੱਗ ਹੋ ਗਏ ਅਸੀਂ ਫਿਰ ਮੇਰੇ ਕੋਲ ਇਕੱਲੇ ਕੋਲ ਪੜ੍ਹਨੇ ਨਹੀਂ ਨਾ। ਜੇ ਬੰਦਾ ਆ ਉਹ ਗਲਤ ਆ, ਥੋੜੇ ਉਹ ਸੋਚ ਲਵੇ ਮੈਂ ਗਲਤ ਆ, ਮੈਨੂੰ ਵੀ ਆਪਣਾ ਸੈਟਿੰਗ ਕਰਨੀ ਚਾਹੀਦੀ ਆ, ਮੇਰੇ ਬੱਚੇ ਰੁੱਲ ਜਾਣੇ ਆ। ਅਸੀਂ ਜਦੋਂ ਬੱਚੇ ਜਵਾਨ ਹੁੰਦੇ ਆ, ਜਦੋਂ ਬੱਚੇ ਤਕੜੇ ਹੋ ਜਾਂਦੇ ਆ 18 ਸਾਲ ਦੇ 20 ਸਾਲ, ਉਦੋਂ ਅਸੀਂ ਸੈਪਰੇਟ ਹੁੰਦੇ ਆ ਨਾ। ਜਦੋਂ ਬੱਚਿਆਂ ਨੂੰ ਜ਼ਿੰਮੇਵਾਰੀ ਸਾਨੂੰ ਸਾਂਭਣ ਦੀ ਹੁੰਦੀ ਆ, ਵਿਆਹੁਣ ਦੀ ਕਰਨੀ ਹੁੰਦੀ ਹੈ ਨਾ। ਇਹ ਚੀਜ਼ਾਂ ਮੈਂ ਕਹਿੰਦਾ ਨਹੀਂ ਹੋਣੀ ਚਾਹੀਦੀਆਂ। ਆਪਣੀ ਮਾਂ ਪਿਓ ਦੀ ਜੇ ਮਾੜਾ ਚੰਗਾ ਜਿੱਦਾਂ ਵੀ ਉਹਨੂੰ ਕੱਟੋ ਹੁਣ ਆਪਣੀ ਜ਼ਿੰਦਗੀ ਦੇ ਨਾਲ, ਤਾਂ ਤੁਹਾਨੂੰ ਜ਼ਿੰਦਗੀ ਇੱਕ ਵਾਰ ਮਿਲੀ। ਜੇ ਤੁਸੀਂ ਵਿਆਹ ਵੀ ਕਰਾ ਲਿਆ ਫੇਰ ਕਿਹੜੀ ਜ਼ਿੰਦਗੀ ਵਧੀਆ ਹੋ ਜਾਣੀ। ਕੀ ਪਤਾ ਮਾੜਾ ਹੀ ਹੋਵੇ ਇਦੋਂ ਹੈ ਨਾ। ਜੋ ਤੁਹਾਨੂੰ ਪਰਮਾਤਮਾ ਨੇ ਦਿੱਤਾ, ਕੁਦਰਤ ਨੇ ਦਿੱਤਾ, ਉਹਦੇ ਵਿੱਚ ਰਜਾ 'ਚ ਰਾਜੀ ਰਹਿ ਕੇ ਚੱਲੋ। ਮੈਂ ਕਹਿੰਦਾ ਜਿਹੜਾ ਸਾਡਾ ਫਰੀਡਮ ਆ ਉਹਨੂੰ ਆਪਣੇ ਮਾਂ ਪਿਓ ਦੇ ਨਾਲ ਜ਼ਰੂਰ ਰੱਖੋ ਲਗਾ, ਪਰ ਮਾਂ ਪਿਓ ਨੂੰ ਇੱਦਾਂ ਨਾ ਕਰੋ ਵੀ ਉਹ ਤੋਂ ਲੈਣ ਦੇਣ ਲੈ ਲਈਏ ਤਾਂ ਮੁੜ ਕੇ ਧੱਕਾ ਦੇ ਦਈਏ। ਇਹ ਵੀ ਨਾ ਹੋਵੇ। ਧੰਨਵਾਦ ਜੀ ਲੇਹਲ ਸਾਹਿਬ, ਥੈਂਕ ਯੂ। ਗ੍ਰੈਂਡ ਔਨ ਕਿੰਗ ਜਾਰਜ ਇੱਕ ਕੰਕਰੀਟ ਹਾਈ ਰਾਈਜ਼ ਡਾਊਨਟਾਊਨ ਸਰੀ 'ਚ ਬਣ ਜਾ ਰਹੀ ਹੈ। ਬਹੁਤ ਰਿਪਿਊਟਡ ਬਿਲਡਰ ਨੇ ਭਾਈਚਾਰੇ ਦੇ ਅਲਿਓਰ ਵੈਂਚਰਸ, ਅਤੇ ਉਹਨਾਂ ਨੇ ਇਹ ਬਣਾਉਣੀ ਹੈ। 23,000 ਸਕੁਅਰ ਫੁੱਟ ਦੀ ਫੈਸਿਲਿਟੀ, ਐਮੈਨਿਟੀਜ਼ ਨੇ ਜਿਹੜੀਆਂ ਅੰਦਰ ਅਤੇ ਬਾਹਰ, ਜਿੱਥੇ ਤੁਸੀਂ ਜਿਹੜੀਆਂ ਉਹਨਾਂ ਦੇ ਰਹਿਣ ਵਾਲੇ ਜਿਨ੍ਹਾਂ ਨੇ ਘਰ ਉਹਦੇ ਵਿੱਚ ਲੈਣਾ, 1 ਬੈਡਰੂਮ 2 ਬੈਡਰੂਮ, 1 ਬੈਡਰੂਮ ਡੈਨ, 2 ਬੈਡਰੂਮ ਦੇ ਡੈਨ, 10 ਮਿੰਟ ਦੀ ਵਾਕ ਗੇਟਵੇ ਸਕਾਈ ਟ੍ਰੇਨ ਸਟੇਸ਼ਨ, 5 ਥੱਲੜੇ ਫਲੋਰ ਜਿਨ੍ਹਾਂ ਦੇ ਵਿੱਚ ਕਮਰਸ਼ੀਅਲ, ਜਿਨ੍ਹਾਂ 'ਚ ਡਾਕਟਰਸ ਅਤੇ ਡੇ ਕੇਅਰ, ਮੈਡੀਕਲ ਆਫਿਸ, ਕਾਫੀ ਸ਼ਾਪ ਅਤੇ ਗਰੋਸਰੀ ਸਟੋਰਸ ਵੀ ਛੋਟਾ ਕਾਰਨਰ ਸਟੋਰ ਟਾਈਪ ਹੋਏਗਾ। thegrandkg.com 778 730 1000 778730 1000 grandkg.com। ਗ੍ਰੀਨ ਟੈਕ ਫਰਟੀਲਾਈਜ਼ਰ ਸਰ ਸੁੱਚਾ ਸਿੰਘ ਥਿੰਦ ਵੱਲੋਂ ਇੱਕ ਖਾਦ ਦਾ ਕਾਰਖਾਨਾ ਖੋਲ੍ਹਿਆ ਗਿਆ। 604 230 8776 ਉਹਨਾਂ ਦਾ ਨੰਬਰ ਹੈ। ਇਹੀ ਨੰਬਰ ਹੈ ਪਿਛਲੇ 30-35 ਸਾਲਾਂ ਤੋਂ 6042308776। ਹਰ ਕਿਸਮ ਦਾ ਖਾਦ, ਕੀਟਨਾਸ਼ਕ ਦਵਾਈਆਂ ਤੁਹਾਡੇ ਫਾਰਮ ਤੱਕ ਪਹੁੰਚਦੀਆਂ ਕਰਦੇ ਨੇ। ਉਹ ਫਾਰਮ ਤੁਹਾਡਾ ਜਿਹੋ ਜਿਹਾ ਵੀ ਹੈ, ਚਾਹੇ ਬਲੂਬੇਰੀ ਦਾ ਫਾਰਮ ਹੈ ਅਤੇ ਜਾਂ ਫਿਰ ਘਾਹ ਗਾ ਰਹੇ ਹੋ, ਹੈ ਫਾਰਮਿੰਗ ਕਰਦੇ ਹੋ, ਅਤੇ ਜਾਂ ਫਲਾਂ ਦੇ ਬਾਗ ਨੇ। 604 230 8776 ਗ੍ਰੀਨ ਟੈਕ ਫਰਟੀਲਾਈਜ਼ਰਸ। ਸਰ ਅਮਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਬਹੁਤ ਵਧੀਆ ਸਬਜੈਕਟ ਹੈ ਜੀ। ਉੱਦਾਂ ਤਾਂ ਜਿੱਦਾਂ ਪਹਿਲੇ ਕਾਲਰ ਨੇ ਕਿਹਾ ਕਿ ਸਾਨੂੰ ਰੋਜ਼ ਹੀ ਇਹ ਦਿਨ ਮਨਾਉਣੇ ਚਾਹੀਦੇ ਆ, ਮਾਂ ਪਿਓ ਦੀ ਇੱਜ਼ਤ ਕਰਨੀ ਚਾਹੀਦੀ, ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਆ ਜੀ। ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਕਿ ਮੈਂ ਤਕਰੀਬਨ 77 ਚ ਕੈਨੇਡਾ ਆਇਆ ਸੀ। ਸਕੂਲੋਂ ਪੜ੍ਹਦੇ ਵਿਆਹ ਹੋ ਗਏ, ਇੱਧਰ ਨੂੰ ਆ ਗਏ। ਤੇ ਲੇਕਿਨ ਹਾਲਾਤ ਵੀ ਘਰ ਦੇ ਤਕਰੀਬਨ ਪਿੰਡਾਂ 'ਚ ਕਿੱਦਾਂ ਦੇ ਹੁੰਦੇ ਸਾਨੂੰ ਪਤਾ ਹੀ ਆ। ਤੇ ਉਦੋਂ ਮੇਰੀ ਟਿਕਟ 15,000 ਰੁਪਇਆ ਲੱਗੀ ਸੀ, ਤਾਂ ਮੈਨੂੰ ਕੋਈ ਫਿਕਰ ਥੋੜਾ ਸੀਗਾ ਕਿ 15,000 ਕਿੱਥੋਂ ਆਉਣਾ, ਡਾਕਟਰ ਨੇ ਕਿੱਥੋਂ ਟਿਕਟ ਲੈ ਕੇ ਦੇਣੀ ਆ ਜੀ, ਕਿੱਦਾਂ ਲੈ ਕੇ ਦੇਣੀ ਆ। ਉਹਨਾਂ ਨੇ ਟਿਕਟ ਲਈ, ਖਰਚਾ ਵੀ ਕੋਲ ਦਿੱਤਾ। ਉੱਥੇ ਵੀ ਚਲੋ ਜਿੱਦਾਂ ਵੀ ਲੋਕਾਂ ਨੂੰ ਇਕੱਠੇ ਕਰਕੇ ਤਾਂ ਜੋ ਸੈਲੀਬ੍ਰੇਸ਼ਨ ਕਰਦੇ ਹੁੰਦੇ ਆ, ਉਹ ਵੀ ਸਾਰਾ ਕੁਛ ਕੀਤਾ ਉਹਨੇ। ਤੇ ਅੱਜ ਪ੍ਰਮਾਤਮਾ ਦੀ ਕਿਰਪਾ ਆ ਕਿ ਅਸੀਂ 4 ਭਰਾ, ਸਾਰੇ ਪਰਿਵਾਰ ਇੱਥੇ ਮਤਲਬ ਕੈਨੇਡਾ 'ਚ ਹੀ ਆ। ਮਤਲਬ ਉਹ ਸਾਰੇ ਆਪਣੇ ਘਰ ਸੱਗੀ 'ਚ ਹੈਗੇ ਆ। ਕੋਸ਼ਿਸ਼ ਕਰੀਦੀ ਆ ਕਿ ਮਾਂ ਪਿਓ ਨੂੰ ਕੋਈ ਤਕਲੀਫ ਨਾ ਹੋਵੇ।
ਜਿੱਦਾਂ ਵੀ ਚੌੜ ਉਦਾਂ ਹੋਵੇ ਤੇ ਉਹ ਵੀ ਆਪਣਾ ਜਿੰਨਾ ਕੁ ਹੁੰਦਾ ਉਹ ਕਰਦੇ ਵਿਚਾਰੇ ਆਪਣਾ। ਲੇਕਿਨ ਮਤਲਬ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਮਾਪੇ ਦਾ ਖਿਆਲ ਰੱਖੀਏ। ਇਹ ਦੋ ਗੱਲਾਂ ਹੁੰਦੀਆਂ, ਇੱਕ ਤਾਂ ਸਾਡੇ ਬੱਚਿਆਂ ਨੂੰ ਸਿੱਖਿਆ ਮਿਲਦੀ ਆ ਕਿ ਗਾਹਾਂ ਸਾਡਾ ਵੀ ਖਿਆਲ ਰੱਖਣਗੇ, ਉਹ ਸਾਨੂੰ ਵੀ ਇੱਜ਼ਤ ਮਾਣ ਦੇਣਗੇ। ਤੇ ਦੂਸਰਾ ਜੇ ਅਸੀਂ ਆਪਣੇ ਮਾਪੇ ਦਾ ਖਿਆਲ ਰੱਖਾਂਗੇ, ਮਾਪੇ ਚਾਹੁੰਦੇ ਕੁਝ ਨਹੀਂ ਹੁੰਦੇ, ਉਹਨੀ ਐ ਸੋਚ ਜਾਣ ਕੇ 2 ਰੋਟੀਆਂ ਖਾਣੀਆਂ ਹੁੰਦੀਆਂ ਜਾਂ ਉਹਦੇ ਜਾ ਕੇ ਹਾਲ ਚਾਲ ਪੁੱਛ ਲਓ। ਇਹ ਨਾ ਹੋਵੇ ਕਿ ਬਾਪੂ ਪਾਣੀ ਦਾ ਗਲਾਸ ਪਿੱਛੋਂ ਤੜਫਦਾ ਰਹੇ ਤੇ ਮੁੰਡਾ ਬਾਹਰ ਛਬੀਲ ਲਾਉਣ ਚੱਲਿਆ ਹੋਵੇ। ਇਹ ਗੱਲਾਂ ਨਹੀਂ ਪੁੱਗਦੀਆਂ। ਜਾਂ ਫਿਰ ਫਿਊਨਲ ਤੇ ਗੱਜ ਲੰਮੇ ਲੇਖ ਫਿਊਨਲ ਤੇ ਮੇਰਾ ਬਾਪੂ ਪਿੱਛੇ ਖੜ ਜਾਣਾ, ਉਹ ਨਹੀਂ ਕਹਾਣੀ। ਜੂਦੇ ਜੀ ਸੇਵਾ ਕਰਨ ਦੀ ਲੋੜ ਹੈ। ਕੋਈ ਫਾਇਦਾ ਨਹੀਂ, ਕੋਈ ਫਾਇਦਾ ਨਹੀਂ ਉਹਦਾ। ਜੋ ਕਰਵਾਉਣੀ ਵੀ ਸਾਡੀ ਕਹਿੰਦੀ ਆ ਨਹੀਂ ਬਲਿਆਂ ਦੇ ਪਿੱਛੋਂ ਸਰਾਧ ਕਰਾਈ, ਚਲੋ ਜੀਦੇ ਨੂੰ ਪਾਣੀ ਨਹੀਂ ਪੁੱਛਣਾ, ਉਹਦਾ ਕੀ ਫਾਇਦਾ। ਬਿਲਕੁਲ ਠੀਕ ਕਰਦੀ ਭਾਈ, ਬਹੁਤ ਸਾਰਾ ਸਬਜੈਕਟ ਲੈ ਕੇ ਆਏ। ਇਹ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਸਾਨੂੰ। ਧੰਨਵਾਦ ਵੀਰ ਜੀ, ਧੰਨਵਾਦ। ਥੈਂਕ ਯੂ ਸਾਹਿਬ ਅਮਰਜੀਤ ਸਿੰਘ ਜੀ। ਸਾਹਿਬ ਮਲਵਿੰਦਰ ਸਿੰਘ ਲਾਈਨ ਨੰਬਰ 1। ਹਾਂਜੀ ਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਵੈਸੇ ਤੇ ਇੱਕ ਭਾਈ ਸਾਹਿਬ ਪਹਿਲਾਂ ਮੇਰੇ ਤੋਂ ਕਹਿ ਗਏ ਵੀ ਸਾਡਾ ਤੇ ਐਵਰੀਡੇ ਫਾਦਰ ਡੇ ਤੇ ਮਦਰ ਡੇ ਹੁੰਦਾ ਆਪਣਾ ਦੇ। ਜੀ ਜੀ। ਪਰ ਚਲੋ ਗੋਰਿਆਂ ਨੇ ਆਪਣੇ ਲਈ ਇੱਕ ਦਿਨ ਰੱਖ ਲਿਆ ਵੀ ਘੱਟੋ ਘੱਟ ਇੱਕ ਦਿਨ ਉਹ ਫਾਦਰ ਮਦਰ ਦੀ ਰਿਸਪੈਕਟ ਕਰਦੇ। ਚਲੋ ਉਹਨਾਂ ਦਾ ਗੋਰਿਆਂ ਦਾ ਕਲਚਰ, ਆਪਾਂ ਉੱਥੇ ਨਹੀਂ ਜਾਂਦੇ ਹਨਾ ਜੀ। ਪਰ ਮੈਨੂੰ ਇੱਕ ਭਾਈ ਸਾਹਿਬ ਪਹਿਲਾਂ ਕਹਿ ਕੇ ਗਏ, ਉਹ ਗੱਲ ਬੜੀ ਵਧੀਆ ਲੱਗੀ ਔਰ 101% ਠੀਕ ਆ ਕਿ ਸਾਡੇ ਸਿਰ ਤੇ ਇੱਕ ਸਿਆਣਾ ਹੋਣਾ ਚਾਹੀਦਾ ਜਿਹੜਾ ਸਾਨੂੰ ਇਹ ਪੁੱਛੇ ਵੀ ਭਾਈ ਕਿੱਥੋਂ ਆਇਆ, ਕਿੱਥੇ ਗਿਆ ਸੀ, ਲੇਟ ਕਿਉਂ ਆਇਆ ਜਾਂ ਕੀ ਹੈ ਜਾਂ ਕੀ ਨਹੀਂ। ਬਿਲਕੁਲ। ਕਿਉਂਕਿ ਅਸੀਂ ਉਹ ਜੇ ਮੈਂ ਸਿੱਧੀ ਕਹਾਂ ਵੀ ਉਹ ਗੱਲ ਆ ਗਈ ਵੀ ਅਸੀਂ ਜੁੱਤੀ ਦੇ ਯਾਰ ਵਾਲੀ ਗੱਲ ਆ ਜਾਂਦੀ ਵੀ ਜੁੱਤੀ ਦੇ ਯਾਰ ਆ ਵੀ ਸਾਨੂੰ ਜੇ ਕੋਈ ਪੁੱਛਣ ਵਾਚਣ ਵਾਲਾ ਨਾ ਹੋਵੇ ਤੇ ਅਸੀਂ ਕੁਛ ਕਿਸੇ ਪਾਸੇ ਲੱਗੇ ਹੀ ਨਾ। ਹੁਣ ਕੀ ਮੈਂ ਆਪਣੇ ਘਰ ਮੇਰੇ ਫਾਦਰ ਸਾਹਿਬ ਨਹੀਂ ਹੈਗੇ, ਭਾਵੇਂ ਚਲੋ ਮੇਰੇ ਮਦਰ ਹੈਗੇ ਆ, ਘਰ ਦਾ ਸਾਰਾ ਜ਼ਿੰਮੇਵਾਰੀ ਸਾਰਾ ਕੁਛ ਮੇਰੇ ਤੇ ਆ, ਪਰ ਮੈਨੂੰ ਇਹ ਹੁੰਦਾ ਵਾ ਵੀ ਮੰਮੀ ਨੇ ਸ਼ਾਮ ਨੂੰ ਪੁੱਛਣਾ ਵਾ ਵੀ ਤੂੰ ਅੱਜ ਕੀ ਕਰਕੇ ਆਇਆ, ਜੇ ਤੂੰ ਛੇਤੀ ਆ ਗਿਆ ਤੇ ਕੀ ਗੱਲ ਛੇਤੀ ਕਿਉਂ ਆ ਗਿਆ, ਕੰਮ ਐ ਨਹੀਂ ਸੀ, ਜੇ ਲੇਟ ਆਇਆ ਤੇ ਇੰਨਾ ਲੇਟ ਕਿਉਂ ਆਇਆ ਵਾ। ਵੀ ਮੈਨੂੰ ਪ੍ਰਪੇਅਰ ਹੋ ਕੇ ਜਾਣਾ ਪੈਂਦਾ ਵਾ ਵੀ ਮੈਨੂੰ ਘਰੇ ਜਾ ਕੇ ਕਿਸੇ ਨੇ ਪੁੱਛਣਾ ਆ। ਵਾਹ। ਇਹ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਭਾਵੇਂ ਤੁਸੀਂ ਉਸ ਰਿਸ਼ਤੇ ਨੂੰ ਫਾਦਰ ਦਾ ਨਾਂ ਦੇ ਦਿਓ, ਮਦਰ ਦਾ ਨਾਂ ਦੇ ਦਿਓ, ਵਾਈਫ ਦਾ ਜਾਂ ਆਪਣੇ ਬੱਚਿਆਂ ਦਾ ਨਾਂ ਦੇ ਦਿਓ, ਪਰ ਤੁਹਾਡੇ ਉੱਤੇ ਇੱਕ ਇਹ ਜਵਾਬ ਹੋਣਾ ਚਾਹੀਦਾ ਤੁਹਾਡੇ ਕੋਲ ਕਿ ਤੁਹਾਨੂੰ ਘਰ ਜਾ ਕੇ ਇੱਕ ਬੰਦਾ ਪੁੱਛਣ ਵਾਲਾ ਹੈਗਾ ਵਾ ਜੀ। ਤੇ ਜੇ ਸਾਡੇ ਅੰਦਰ ਡਰ ਰਹੂਗਾ ਨਾ ਤੇ ਅਸੀਂ, ਮੈਂ 100 ਨਾ ਸੀ ਪਰ 90% ਇਹ ਕਹੂੰਗਾ ਕਿ ਲੋਕਾਂ ਨੂੰ ਹੋਊਗਾ ਵੀ ਯਾਰ ਮੈਂ ਘਰ ਜਾ ਕੇ ਜਵਾਬ ਦੇਣਾ ਵਾ ਵੀ ਮੈਂ ਕੀ ਕਰਕੇ ਆਇਆ ਵਾ, ਕੀ ਨਹੀਂ ਕਰਕੇ ਆਇਆ। ਅੰਦਰੋਂ ਜਿਹੜਾ ਚੋਰ ਹੈਗਾ ਨਾ, ਆਪਣੇ ਅੰਦਰ ਦਾ ਚੋਰ, ਉਹ ਵੀ ਲੁਕਣ ਦੀ ਕੋਸ਼ਿਸ਼ ਕਰੂਗਾ ਵੀ ਯਾਰ ਐਵੇਂ ਨਾ ਕੋਈ ਘਰ ਜਾ ਕੇ ਕੀ ਝੂਠ ਬੋਲੂਗਾ ਮੈਂ ਸ਼ਾਮ ਨੂੰ। ਥੈਂਕ ਯੂ ਬਾਈ ਜੀ, ਥੈਂਕ ਯੂ। ਮੈਨੂੰ ਬਹੁਤ ਵਧੀਆ ਲੱਗਿਆ ਵੀ ਇਹ ਹੋਣਾ ਚਾਹੀਦਾ ਜੀ। ਇਹ ਥੈਂਕ ਯੂ ਸਰ ਮਲਵਿੰਦਰ ਸਿੰਘ। ਮਾਪਿਆਂ ਦੀ ਯਾਦ, ਇਹਦੇ ਨਾਲ ਹੀ ਆਉਣ ਵਾਲੇ ਦਿਨਾਂ 'ਚ ਸੋਮਵਾਰ ਮੰਗਲਵਾਰ ਇੱਕ ਹੋਰ ਟਾਕ ਸ਼ੋਅ ਕਰਨਾ ਹੈ ਵੀ ਜਿਉਂਦੇ ਜੀ ਆਪਣੀ ਜਾਇਦਾਦ ਕਿਵੇਂ ਸਾਂਭਣੀ ਹੈ। ਇਹਦੀ ਵੀ ਗੱਲ ਆਉਣ ਵਾਲੇ ਦਿਨਾਂ 'ਚ ਕਰਾਂਗੇ। ਕੋਈ ਇਹੋ ਜਿਹਾ ਸਮਾਂ ਨਾ ਆ ਜਾਵੇ ਕਿ ਜ਼ਿੰਦਗੀ ਘੁੰਮਦਿਆਂ ਇੱਥੇ ਕੁਛ ਨਹੀਂ ਪਤਾ ਲੱਗਦਾ, ਕਿ ਛੱਤ ਤੋਂ ਵੀ ਆਤਰ ਹੋ ਜਾਓ, ਕੁਛ ਨਹੀਂ ਪਤਾ ਲੱਗਦਾ। ਮਨਵੀਰ ਸਿੰਘ ਗਰੇਵਾਲ ਜੀ ਲਾਈਨ ਨੰਬਰ 2। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਪਹਿਲਾਂ ਦੱਸਣਾ ਚਾਹੁੰਦਾ ਵੀ ਪਹਿਲੀ ਗੱਲ ਤਾਂ ਨਾ ਫਾਦਰ ਸਾਹਿਬ ਦੀ ਇੱਕ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੁੰਦੀ ਆ ਵੀ ਜਦੋਂ ਕਹਿੰਦੇ ਹੁੰਦੇ ਨੇ ਬੀਜ ਪੁੰਗਰ ਰਿਹਾ ਹੁੰਦਾ ਉਦੋਂ ਜਿਹੜੇ ਸੰਸਕਾਰ ਦੇਣੇ। ਕਿਉਂਕਿ ਅਸੀਂ ਆਪਣੇ ਦੋਵੇਂ ਭਰਾ ਅਸੀਂ ਆਪਣੀ ਐਗਜ਼ਾਮਪਲ ਨਾਲ ਚੱਲਦੇ ਹਾਂ, ਕਿਉਂਕਿ ਸਾਡਾ ਪਿਓ ਉਸ ਟਾਈਮ ਸਾਨੂੰ ਦੁਨੀਆ ਤੋਂ ਛੱਡ ਗਿਆ ਸੀ ਜਦੋਂ ਮੈਂ 11 ਸਾਲ ਦਾ ਸੀ ਤੇ ਬ੍ਰਦਰ ਮੇਰਾ 17 ਸਾਲ ਦਾ ਸੀਗਾ ਹਨਾ। ਤੇ ਉਸ ਟਾਈਮ ਤੋਂ ਅਸੀਂ ਮਤਲਬ ਜਿਵੇਂ ਕਈ ਕਾਲਰਾਂ ਨੇ ਕਿਹਾ ਵੀ ਕੋਈ ਪੁੱਛਣ ਵਾਲਾ ਚਾਹੀਦਾ, ਸਾਨੂੰ ਪੁੱਛਣ ਵਾਲਾ ਹੈ ਨਹੀਂ ਸੀ ਕੋਈ, ਪਰ ਅਸੀਂ ਇਹ ਸੀਗਾ ਵੀ ਅਸੀਂ ਆਨਸਰੇਬਲ ਟੂ ਆਵਰਸੈਲਵਸ ਹਨਾ, ਵੀ ਸਾਨੂੰ ਕੋਈ ਹੋਰ ਕੋਈ ਉਹ ਨਾ ਹੋਵੇ ਵੀ ਕੋਈ ਇਹ ਨਾ ਕਹਿ ਦੇਵੇ ਵੀ ਪਿਓ ਹੈ ਨਹੀਂ ਤੇ ਇਹ ਕਰ ਗਏ, ਹੁਣ ਇਹਨਾਂ ਨੇ ਆਹ ਕਰਤਾ। ਦੋਨੇ ਬਹੁਤ ਵਧੀਆ ਲਾਈਫ ਜੀ ਰਹੇ ਆ। ਦੂਜੀ ਗੱਲ, ਜੇ ਫਾਦਰ ਡੇ ਮਨਾਉਣ ਨਾਲੋਂ ਆਪਣੇ ਨਾ ਇਹ ਗੱਲ ਬਚਪਨ ਤੋਂ ਹੀ ਇਹ ਸਿਖਾ ਦਿੱਤੀ ਜਾਂਦੀ ਆ ਵੀ ਸਾਰੀ ਜ਼ਿੰਦਗੀ ਮਾਪਿਆਂ ਦੀ ਹੀ ਆ। ਹੁਣ ਫਾਦਰ ਡੇ ਉਹਨਾਂ ਲਈ ਹੈਗਾ, ਨਹੀਂ ਮਨਾਉਣਾ ਸਾਰਿਆਂ ਨੂੰ ਚਾਹੀਦਾ, ਮੈਂ ਉਹ ਨਹੀਂ ਕਹਿੰਦਾ ਵੀ ਨਾ ਮਨਾਓ, ਹਾਂ, ਪਰ ਉਹਨਾਂ ਲਈ ਆ ਜਿਹੜੇ ਬੰਦੇ ਬਾਹਰ ਰਹਿੰਦੇ ਨੇ ਜਾਂ ਕੁਛ ਨੇ ਵੀ ਇੱਕ ਦਿਨ ਉਹਨਾਂ ਲਈ ਪੂਰਾ ਦਿਨ ਰੱਖੀਏ, ਵੀ ਉਹਨਾਂ ਲਈ ਕੰਮ ਕਰੀਏ, ਉਹਨਾਂ ਦੇ ਨਾਲ ਬਿਤਾਈਏ। ਆਪਾਂ ਨੂੰ ਤਾਂ ਉਹਨਾਂ ਦੇ ਪੇਰੈਂਟਸ ਦੇ ਨਾਲ ਰਹਿਣਾ ਹੀ ਪੈਣਾ, ਕਿ ਉਹ ਕਿਉਂ ਰਹਿਣਾ ਪੈਣਾ ਨਹੀਂ, ਮਤਲਬ ਰਹਿਣਾ ਹੀ ਹੁੰਦਾ, ਕਿਉਂਕਿ ਆਪਾਂ ਆਪਣੀ ਜ਼ਿੰਦਗੀ ਹੀ ਉਹਨਾਂ ਲੇਖੇ ਲਾ ਦਿੰਦੇ ਹਾਂ ਜੀ। ਇਸ ਕਰਕੇ ਆਪਾਂ ਨਾ ਤਾਂ ਬਾਹਲੀ ਕਈ ਵਾਰ ਆਪਾਂ ਮਹੱਤਤਾ ਨਹੀਂ ਦਿੰਦੇ, ਇਸ ਕਰਕੇ ਨਹੀਂ ਦਿੰਦੇ ਕਿਉਂਕਿ ਆਪਾਂ ਨੂੰ ਪਤਾ ਹੀ ਹੁੰਦਾ ਵੀ ਫੋਰ ਗ੍ਰਾਂਟਡ ਆ ਵੀ ਆਪਾਂ ਮਾਪੇ ਆਪਣੇ ਹੀ ਨੇ। ਬਿਲਕੁਲ ਠੀਕ। ਧੰਨਵਾਦ ਮਨਵੀਰ ਸਿੰਘ ਗਰੇਵਾਲ ਡੜਹੇੜੀ ਤੋਂ, ਜਿਨ੍ਹਾਂ ਦੀਆਂ ਲਿਖਤਾਂ ਮੈਂ ਸੁਣਾਉਂਦਾ ਹੁੰਨਾ। ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ ਇਹ
ਛੋਟੇ ਭਾਈ ਨੇ, ਬ੍ਰਦਰ ਇਹਨਾਂ ਦੇ ਉੱਥੇ ਕਮਿਊਨਿਟੀ 'ਚ ਬਹੁਤ ਇਨਵੋਲਵ ਨੇ। ਡੜਹੇੜੀ ਪਿੰਡ ਹੈ ਫਤਿਹਗੜ੍ਹ ਸਾਹਿਬ ਦੇ ਕੋਲ, ਗੋਬਿੰਦਗੜ੍ਹ ਦੇ ਨਾਲ। ਸਰਾਬ ਮਹਿੰਦਰ ਸਿੰਘ ਜੀ, ਲਾਈਨ ਨੰਬਰ 3। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਗਿੱਲ ਸਾਹਿਬ, ਬਹੁਤ ਵਧੀਆ ਟੌਪਿਕ ਲਿਆਂਦਾ ਹੈ ਜਿਹੜਾ ਫਾਦਰ ਡੇ, ਮਦਰ ਡੇ। ਦੇਖੋ, ਇਹ ਇਸ ਯੁੱਗ ਦੀ ਤਰਜ਼ ਜ਼ਿੰਦਗੀ ਹੈ ਜੀ, ਜਿਹੜੀ ਸਪੀਡ ਹੈ, ਇੰਡਸਟਰੀਅਲਾਈਜੇਸ਼ਨ ਹੈ, ਵੇਲ ਨਹੀਂ, ਆਧੁਨਿਕਤਾ ਕਹਿ ਦਿੰਦੇ, ਐਜੂਕੇਸ਼ਨ ਨੂੰ ਕੋਈ ਵੀ ਨਾਂ ਦੇ ਲਓ, ਇਹ ਉਸ ਦੌਰ ਦਾ ਇੱਕ ਫਿਨੋਮੀਨਾ ਹੈ। ਅੱਜ ਤੋਂ 90 ਜਾਂ 100 ਸਾਲ ਪਹਿਲਾਂ ਇਹ ਗੱਲ ਨਹੀਂ ਸੀ, ਇੱਥੇ ਵੀ ਨਹੀਂ ਸੀ। ਤੇ ਅੱਜ ਜਿਹੜੇ ਇੱਥੇ ਓਲਡ ਏਜ ਹੋਮਸ ਬਣੇ ਹੋਏ ਆ, ਪੰਜਾਬ ਵਿੱਚ ਵੀ ਬਿਰਧ ਆਸ਼ਰਮ ਬਣਨ ਲੱਗ ਗਏ। ਯਾਨੀ ਇਹ ਸਾਰਾ ਕੁਝ ਕਿਵੇਂ ਬਦਲ ਗਿਆ। ਤੇ ਮਾਪਿਆਂ ਦੀ ਜਿਹੜੀ ਕਦਰ ਕੀ ਹੈ, ਮਾਪਿਆਂ ਨੇ ਸਾਡੇ ਵਾਸਤੇ ਕੀ ਘਾਲਣਾ ਘਾਲੀ, ਤੇ ਅਸੀਂ ਸਾਡੇ ਕੀ ਫਰਜ਼ ਹੈ, ਉਹ ਇੱਥੋਂ ਦੀ ਜਿਹੜੀ ਸਮਾਜ ਹੈ ਤੇ ਉੱਥੋਂ ਦੇ ਸਮਾਜ ਵਿੱਚ ਬਹੁਤ ਵੱਡਾ ਫਰਕ ਹੈ। ਮੈਂ ਜੇ ਆਪਣੀ ਉਦਾਹਰਨ ਦਿਆਂ, ਸਾਡੇ ਦਾਦਾ ਜੀ ਦੇ 2 ਵਿਆਹ ਸੀ। ਅੱਛਾ ਜੀ। ਸਾਡੇ ਦਾਦਾ ਜੀ ਦੇ, ਮੇਰੇ ਤਾਇਆ ਜੀ ਤੇ ਮੇਰੇ ਫਾਦਰ ਸਾਹਿਬ ਸੀ, ਤੇ 3 ਭੂਆ ਸਾਡੀਆਂ ਵੱਡੀਆਂ ਸੀ, ਤੇ ਉਹਨਾਂ ਦੀ ਡੈਥ ਹੋ ਗਈ ਸਾਡੀ ਦਾਦੀ ਦੀ, ਤੇ ਉਹਨਾਂ ਦੀ ਸਕੀ ਭੈਣ ਵਿਆਹ ਲਿਆਂਦੀ, ਤੇ ਅੱਗੇ ਉਹਨਾਂ ਦੇ ਫਿਰ 6 ਬੱਚੇ ਉਹਨਾਂ ਦੇ ਹੋਏ। ਤੇ ਤੁਸੀਂ ਸਾਡੇ ਦਾਦਾ ਜੀ 1948 ਚ ਚਲਾਣਾ ਕਰ ਗਏ, ਤੇ ਅਸੀਂ ਜਿਹੜੇ ਸਾਰੇ ਦੇ ਸਾਰੇ, ਸਾਰਾ ਪਰਿਵਾਰ ਇੱਕ ਛੱਤ ਥੱਲੇ ਰਿਹਾ, ਇੱਕ ਘਰ ਦੇ ਵਿੱਚ। ਫਿਰ ਕੁਝ ਦੇਰ ਬਾਅਦ ਬਾਹਰ ਕੁਝ ਖੇਤ ਆ ਗਏ ਉੱਥੇ, ਪਰ ਵਾਹੀ ਸਾਰੀ ਇਕੱਠੀ ਰਹੀ। 57-58 ਵਿੱਚ ਖੇਤ ਵੰਡ ਲਏ, ਪਰ ਵਾਹੀ ਇਕੱਠੀ। ਯਾਨੀ ਤੁਸੀਂ ਹੈਰਾਨ ਹੋਵੋਗੇ ਕਿ ਜੇ ਪੜ੍ਹਨ ਜਾਣਾ ਤੇ ਦਾਦੀ ਨੇ ਪੁੱਛਣਾ, ਆ ਗਿਆ ਸਕੂਲੋਂ, ਜੇ ਉਧਰੋਂ ਤੇ ਉਧਰੋਂ ਗੱਲ ਹੋਣੀ, ਉਹ ਯਾਰ ਐ ਨਾ ਕਰਿਆ ਜੇ, ਦਾਦੀ ਨੂੰ ਪਤਾ ਲੱਗਿਆ ਕੁੱਟ ਪਊਗੀ। ਦੂਜੇ ਪਾਸੇ ਜਦੋਂ ਬੱਚੇ ਪੋਤਰੇ ਵੀ ਰਹਿ ਗਏ ਤੇ ਫੇਰ ਵੀ ਇਕੱਠੇ ਹੋਏ, ਉਹ ਤਾਇਆ ਆਉਂਦਾ, ਬਈ ਹੁਣ ਨਾ ਇਹ ਕਰਿਆ ਜੇ, ਤਾਇਆ ਵੇਖ ਲੂ। ਯਾਨੀ ਉਹ ਜਿਹੜਾ ਚੈੱਕ ਸੀ। ਇੱਕ ਵਾਰ ਦੀ ਮੈਨੂੰ ਗੱਲ ਹੈ ਕਿ ਸਕੂਲ ਦੀ ਇੱਕ ਕੋਈ ਐਥਲੈਟਿਕਸ ਹੋ ਰਹੀ ਸੀ, ਤੇ ਮੇਰੇ ਫਾਦਰ ਸਾਹਿਬ ਕੋਲੋਂ ਲੰਘੇ, ਤੇ ਸਾਡਾ ਚਾਚਾ ਸਾਰਿਆਂ ਤੋਂ ਛੋਟਾ, ਮੈਥੋਂ ਥੋੜੇ ਹੀ ਵੱਡੇ ਸੀ, ਉਹ 200 ਮੀਟਰ ਦੌੜ ਕੇ ਫਸਟ ਆ ਗਿਆ। ਤੇ ਜਦੋਂ ਉਹਨੂੰ ਆ ਕੇ ਚੱਕਿਆ ਤੇ ਦੂਰੋਂ ਜਾਂਦੇ ਨੇ ਕੋਲ ਦੀ ਵੇਖ ਲਿਆ, ਕਹਿੰਦੇ ਇਹ ਤਾਂ ਆਪਣਾ ਜੀਤਾ ਹੈ। ਯਾਨੀ ਜਿਹੜੀ ਉਹ ਖੁਸ਼ੀ ਹੈ, ਉਹ ਵੱਡੇ ਭਰਾਵਾਂ ਦੀ ਪਿਓ ਵਰਗੀ। ਤੇ ਜਿਹੜਾ ਪਿਓ ਨੇ ਆ ਕੇ ਮੈਨੂੰ ਆ ਕੇ ਕਹਿੰਦੇ, ਵੇਖਿਆ ਕਹਿੰਦਾ ਤੇਰਾ ਚਾਚਾ, ਮੈਂ ਕਿਹਾ ਠੀਕ ਹੈ। ਤੇ ਜਦੋਂ ਮੈਂ ਉਸ ਸਟੇਜ 'ਚ ਪਹੁੰਚਿਆ, ਮੇਰੀ ਇੰਡੀਆ 'ਚ ਪੋਜੀਸ਼ਨ ਆਈ, ਤੇ ਮੈਨੂੰ ਪਤਾ ਵੀ ਮੇਰੇ ਫਾਦਰ ਨੂੰ ਤੇ ਮੇਰੀ ਮਦਰ ਨੂੰ ਕੀ ਖੁਸ਼ੀ ਹੋਈ ਸੀ। ਉਹ ਜਿਹੜੀਆਂ ਗੱਲਾਂ ਹੈ, ਉਹ ਅੱਜ ਯਾਦ ਆਉਂਦੀਆਂ ਜਦੋਂ ਅਸੀਂ ਦੋਨੋਂ ਜਣੇ ਸਰਵਿਸ ਕਰਨ ਲੱਗ ਗਏ। ਤੇ ਮੇਰੇ ਮਦਰ ਜਿਹੜੇ, ਉਹ ਕਦੇ ਕਿਸੇ ਘਰ ਕਦੇ ਕਿਸੇ, ਯਾਨੀ ਜੇ ਸਾਡਾ ਪਰਿਵਾਰ, ਉਹ ਸਾਰੇ ਪਰਿਵਾਰ ਦੇ ਵਿੱਚ ਜਿੱਥੇ ਬੈਠੇ ਆ, ਜੇ ਚਾਚੇ ਸਾਡੇ ਇੱਧਰ ਬੈਠੇ ਆ, ਚਮਚੇ ਬੈਠੇ, ਤੇ ਰੋਟੀ ਇੱਥੇ ਖਾ ਰਹੇ, ਜੇ ਉੱਧਰ ਬਹਿ ਕੇ ਤੇ ਉੱਧਰ ਖਾ ਰਹੇ ਆ। ਯਾਨੀ ਜਦੋਂ ਵੀ ਅਸੀਂ ਬਾਹਰੋਂ ਆਉਣਾ, ਤੇ ਬਹੁਤ ਵੱਡਾ ਘਰ ਵਲਿਆ ਹੋਇਆ, ਬੂਟੇ ਲਾਏ, ਫੁੱਲ ਲੱਗੇ, ਸਬਜ਼ੀ, ਤੇ ਸਾਡੀ ਮਾਂ ਨੇ ਸੋਟੀ ਫੜ ਕੇ ਤੁਰਦਿਆਂ ਫਿਰਦਿਆਂ ਸਾਗ ਇਕੱਠਾ ਕਰ ਦੇਣਾ। ਆ ਤੁਹਾਡਾ ਸਾਗ ਰੱਖਿਆ ਪਿਆ, ਵੀ ਮੈਂ ਡੋਂਕੇ ਰੱਖਤਾ, ਹੁਣ ਇਹਨੂੰ ਐਂ ਕਰ ਲਓ। ਆ ਤੁਹਾਡੇ ਫਲਾਨੇ ਬੂਟੇ ਨੂੰ, ਉਹਨੂੰ ਤਾਂ ਤੋਤੇ ਖਾ ਗਏ, ਆ ਫਲਾਨੇ ਬੂਟੇ ਨੂੰ ਆ ਲੱਗਾ। ਯਾਨੀ ਉਹ ਜਿਹੜੀਆਂ ਚੀਜ਼ਾਂ ਉਹ ਇੱਥੇ ਹੈ ਨਹੀਂ। ਅੱਜ ਉੱਥੇ ਜਿਹੜੇ ਬਿਰਧ ਆਸ਼ਰਮ ਬਣ ਗਏ, ਉਹਦਾ ਕਾਰਨ ਹੀ ਹੈ ਕਿ ਹਿੱਲ ਗਿਆ ਸਾਰਾ ਕੁਝ। ਤੇ ਮੈਨੂੰ ਇੱਕ ਗੱਲ ਹੋਰ ਯਾਦ ਆਉਂਦੀ ਹੈ। ਮੇਰਾ ਬੇਟਾ 4 ਜਾਂ 5ਵੀਂ 'ਚ ਸੀ, ਤੇ ਇੱਕ ਦਿਨ ਬੈਠਿਆਂ ਮਾਂ ਸਾਡੀ ਕਹਿੰਦੀ, ਪੁੱਤ ਹੁਣ ਤਾਂ ਮੈਂ ਬੁੱਢੀ ਹੋ ਗਈ, ਤੇ ਬਸ ਆਪਾਂ ਤਾਂ ਜਾਂਦੇ ਹੀ ਰਹਿਣਾ, ਹੁਣ ਤਾਂ ਬੇਬੇ ਕਿੱਥੇ ਜਾਣਾ। ਮੇਰਾ ਦੂਸਰਾ ਬੇਟਾ ਕਹਿੰਦਾ, ਮਾਂ ਕਿੱਥੇ ਜਾਣਾ, ਰੱਬ ਕੋਲੇ ਜਾਊਂਗੀ। ਤੇ ਮੈਂ ਤਾਂ ਰੱਬ ਕੋਲੇ ਜਾਂਦੇ। ਤੇ ਮੈਨੂੰ ਹਾਲੇ ਵੀ ਉਹ ਗੱਲ ਯਾਦ ਆਉਂਦੀ ਹੈ ਬੇਟੇ ਦੀ, ਮਾਂ ਫਿਰ ਅਸੀਂ ਘਰੇ ਜਿੰਦਰਾ ਲਾ ਕੇ ਜਾਵਾਂਗੇ। ਯਾਨੀ ਆਹ ਜਿਹੜੀਆਂ ਚੀਜ਼ਾਂ ਹੈ ਨਾ, ਜਿਹੜੀ ਉਹ ਅਪਣਾਤਾ, ਸਾਡਾ ਹਰ ਰੋਜ਼ ਹਰ ਸਾਹ ਸਾਡਾ ਮਾਪਿਆਂ ਦਾ ਦਿਨ ਹੈ, ਜਿਨ੍ਹਾਂ ਮਾਪਿਆਂ ਨੇ ਸਾਡੇ ਵਾਸਤੇ ਆਪਾਂ ਇੱਕ ਸਾਹ ਲਾਇਆ। ਤੇ ਆਹ ਜਿਹੜਾ ਸਾਲ ਬਾਅਦ ਮਨਾ ਲੈਣਾ, ਚਲੋ ਇਹਨਾਂ ਦੀ ਮਰਜ਼ੀ ਆ, ਉਹਦੇ 'ਚ ਇਹਨਾਂ ਦੀ ਸੈਟਿਸਫੈਕਸ਼ਨ ਹੈ। ਪਰ ਜਿਹੜੀ ਸਾਡੀ ਉਹ ਜਿਹੜੀ ਮਾਂ ਪਿਓ ਦੀ ਕਦਰ ਹੈ, ਤੇ ਸਾਡੇ ਮਾਂ ਪਿਓ ਦਾ ਧੀਆਂ ਪੁੱਤਾਂ ਵਾਸਤੇ ਫਰਜ਼ ਹੈ, ਉਹਦਾ ਬਹੁਤ ਫਰਕ ਹੈ। ਇਹਦੇ ਤੇ ਨਾ ਬਹੁਤ ਗੱਲਾਂ ਹੋ ਸਕਦੀਆਂ, ਬੜੇ ਵਿਚਾਰ ਹੋ ਸਕਦੇ ਆ। ਤੁਸੀਂ ਉਹ ਗੱਲਾਂ ਯਾਦ ਕਰਾਤੀਆਂ। ਠੀਕ ਹੈ ਵੀ ਅੱਜ ਮਾਂ ਪਿਓ ਹੈ ਨਹੀਂ ਗੇ, ਅਸੀਂ ਮਾਂ ਪਿਓ ਹਾਂ, ਤੇ ਅਸੀਂ ਉਹ ਕੋਸ਼ਿਸ਼ ਕਰਦੇ ਹਾਂ। ਹੁਣ ਵੀ ਇੱਥੇ ਵੀ ਬੱਚਿਆਂ ਨੂੰ ਪੁੱਛਦੇ ਹਾਂ ਵੀ ਅੱਜ ਲੇਟ ਕਿਉਂ ਹੋ ਗਏ, ਬਈ
ਕੀ ਗੱਲ ਬੱਸ ਨਹੀਂ ਮਿਲੀ, ਜੇ ਗੱਡੀ ਹੈ ਨਹੀਂ ਕੋਲੇ ਤਾਂ ਤੇ ਵੀ ਉਹ ਜਾਨੀ ਗੱਲਾਂ ਜਿਹੜੀਆਂ ਗਿੱਲ ਸਾਹਿਬ ਇਹ ਤੁਸੀਂ ਯਾਦ ਕਰਾਈਆਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੱਡਿਓ ਤੂਰ ਸਾਹਿਬ ਲਾਈਨ ਨੰਬਰ 4 ਜੀ। ਜੈਸ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ, ਪਹਿਲਾਂ ਤਾਂ ਮੈਂ ਤੁਹਾਡੀ ਤਾਰੀਫ ਕਰਨੀ ਚਾਹੁੰਦਾ ਜੀ। ਤੁਹਾਡਾ ਜਿਹੜਾ ਵੇ ਆਫ ਪ੍ਰੈਜੈਂਟੇਸ਼ਨ ਹੈ ਕਿਸੇ ਵੀ ਪ੍ਰੋਗਰਾਮ, ਜਦੋਂ ਵੀ ਤੁਸੀਂ ਪ੍ਰੋਗਰਾਮ ਲੈ ਕੇ ਆਉਂਦੇ, ਮੈਂ ਹਮੇਸ਼ਾ ਸੁਣਦਾ। ਤੁਹਾਡਾ ਬਹੁਤ ਹੀ ਵਧੀਆ ਹੁੰਦਾ ਪ੍ਰੋਗਰਾਮ, ਹਮੇਸ਼ਾ ਹੀ। ਧੰਨਵਾਦ ਬਾਈ ਜੀ, ਧੰਨਵਾਦ ਬਹੁਤ। ਤੇ ਮੈਂ ਇੱਕ ਜੀ ਗੱਲ ਇਹ ਸ਼ੇਅਰ ਕਰਨੀ ਚਾਹੁੰਦਾ ਸੀ ਜੀ। ਮੈਨੂੰ ਇੱਥੇ ਆਏ ਨੂੰ 4-5 ਸਾਲ ਹੋ ਗਏ ਆ ਤੇ ਮੇਰੇ ਮੰਮੀ ਡੈਡੀ ਸੁਪਰ ਵੀਜ਼ੇ ਤੇ ਇੱਧਰ ਆਉਂਦੇ ਆ ਤੇ ਚਲੋ ਠੀਕ ਹੈ। ਜਦੋਂ ਉਹ ਇੰਡੀਆ ਹੁੰਦੇ ਆ ਤੇ ਜੇ ਕੋਈ ਵੀ ਘਰ ਦੇ ਵਿੱਚ ਕੋਈ ਗੱਲਬਾਤ ਹੋਵੇ, ਜੇ ਮੈਨੂੰ ਉਹਨਾਂ ਨੂੰ ਪੁੱਛਣੀ ਹੋਵੇ ਤਾਂ ਮੈਂ ਹਮੇਸ਼ਾ ਮੇਰਾ ਜਵਾਬ ਇਹ ਹੁੰਦਾ ਜੀ, ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਕਰ ਲਓ, ਹਨਾ। ਤੇ ਹੁਣ ਬਾਪੂ ਜੀ ਕਈ ਵਾਰੀ ਨਾ ਗੱਲ ਮਾਨ ਕਹਿੰਦੇ ਹੁੰਦੇ ਵੀ ਅੱਜ ਮੁੰਡੇ ਨੂੰ ਤੇਰੇ ਨੂੰ ਪੁੱਛਣਾ ਵੀ ਕਿੱਦਾਂ ਨਾ, ਮੇਰੇ ਮੰਮੀ ਤੇ ਬਾਪੂ ਜੀ ਕਹਿੰਦੇ ਹੁੰਦੇ ਆ, ਲੈ ਮੇਰੇ ਮੁੰਡੇ ਨੇ ਇਹੀ ਕਹਿਣਾ ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਕਰ ਲਓ। ਜਿਹੜਾ ਇਹ ਗੱਲ ਦਾ ਸਵਾਦ ਆ ਨਾ ਜੀ, ਉਹਦੀ ਵੱਖਰਾ ਜੀ ਬਸ। ਤੇ ਮਾਂ ਬਾਪ ਵਰਗੀ ਕੋਈ ਚੀਜ਼ ਹੈ ਨਹੀਂ ਜੀ। ਧੰਨਵਾਦ ਬਾਈ ਜੀ, ਬਹੁਤ ਬਹੁਤ ਸਰ ਜਸਪ੍ਰੀਤ ਸਿੰਘ ਜੀ। ਧਾਲੀਵਾਲ ਸਾਹਿਬ ਲਾਈਨ ਨੰਬਰ 5। ਧਾਲੀਵਾਲ ਜੀ ਲਾਈਨ ਨੰਬਰ 5। ਬਰਾੜ ਸਾਹਿਬ ਵਿਨੀਪੈਗ ਤੋਂ ਸਰ ਜਗਦੀਪ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਬਾਈ ਜੀ, ਇੱਕ ਤਾਂ ਚਲੋ ਤੁਸੀਂ ਜਿਵੇਂ ਸਾਰਾ ਕੁਝ ਬਹੁਤ ਵਧੀਆ ਦੱਸਿਆ ਵੀ ਆਪਣੇ ਵਾਸਤੇ ਸਦਾ ਹੀ ਫਾਦਰਸ ਡੇ ਤੇ ਮਦਰਸ ਡੇ ਹੁੰਦਾ। ਤੇ ਅਸਲ ਤਾਂ ਚੀਜ਼ ਦਾ ਆਪਾਂ ਨੂੰ ਮਾਪਿਆਂ ਦੀ ਉਦੋਂ ਪਤਾ ਲੱਗਦੀ ਹੈ ਜਦੋਂ ਉਹ ਆਪਣੇ ਕੋਲੇ ਨਹੀਂ ਹੁੰਦੇ, ਚਲੇ ਜਾਂਦੇ ਆ। ਹੁਣ ਸਾਡੇ ਮਾਤਾ ਜੀ ਡੈਥ ਹੋਈ 2010 ਤੇ ਪਿਤਾ ਜੀ ਦੀ ਹੋਈ ਹੈ 2014 ਦੇ ਵਿੱਚ। ਜਿੰਨਾ ਚਿਰ ਉਹ ਢਿੱਲੇ ਰਹੇ ਆ, ਮੈਨੂੰ 20 ਸਾਲ ਹੋ ਗਏ ਇੱਥੇ ਆਏ ਨੂੰ, ਤੇ ਹਰੇਕ ਸਾਲ ਸਮੇਤ ਫੈਮਿਲੀ 2-2 ਮਹੀਨੇ ਜਾਂਦੇ ਰਹੇ ਅਸੀਂ ਤੇ ਕੰਟੀਨਿਊ ਹਜੇ ਵੀ ਜਾ ਰਹੇ ਹਾਂ ਕਿਉਂਕਿ ਵਾਹਿਗੁਰੂ ਦੀ ਕਿਰਪਾ ਨਾਲ 3 ਭਾਈ ਆ, ਤਿੰਨਾਂ ਦਾ ਪਿਆਰ ਆ। ਜੋ 2 ਉੱਥੇ, ਮੈਂ ਇੱਥੇ ਆ। ਵਾਹ। ਤੇ ਬਾਕੀ ਜੇ ਆਪਾਂ ਹੁਣ ਜੇ ਉਹਨਾਂ ਨੇ ਸਾਡੇ ਦਾਦਾ ਦਾਦੀ ਪੂਰੀ ਰੱਜ ਕੇ ਸੇਵਾ ਕੀਤੀ ਸੀ ਅੰਤਲੇ ਟਾਈਮ ਤੱਕ, ਤੇ ਉਹ ਚੀਜ਼ ਦਾ ਅਸਰ ਸਾਡੇ ਤੇ ਸੀ। ਅਸੀਂ ਉਦੋਂ ਵੱਧ ਉਹਨਾਂ ਨੂੰ ਸੰਭਾਲਿਆ ਤੇ ਉਹ ਚੀਜ਼ਾਂ ਵੇਖ ਕੇ ਗਾਂ ਆਪਣੇ ਬੱਚਿਆਂ ਤੇ ਵੀ ਉਸ ਚੀਜ਼ ਦਾ ਅਸਰ ਪੈਂਦਾ। ਤੇ ਜਿਵੇਂ ਕਿਸੇ ਸ਼ਾਇਰ ਨੇ ਲਿਖੀਆਂ 2 ਲਾਈਨਾਂ ਵੀ ਮਾਪੇ ਬੁੱਢੇ ਹੋਣ ਚਾਹੇ ਘਰੇ ਬੈਠੇ ਮੰਜੇ ਤੇ, ਲੋੜ ਨਹੀਂ ਜਿੰਦਰਾ ਲਗਾਉਣ ਦੀ, ਸੇਵਾ ਮਾਪਿਆਂ ਦੀ ਕਰੋ ਰੱਜ ਕੇ ਤੇ ਲੋੜ ਧੀਰਥਾਂ ਤੇ ਨਹੀਂ ਜਾਣ ਦੀ। ਬਿਲਕੁਲ ਠੀਕ ਹੈ ਬਰਾੜ। ਹਾਂਜੀ, ਤੇ ਧੰਨਵਾਦ ਆਪਣਾ ਗਿੱਲ ਸਾਹਿਬ, ਹਮੇਸ਼ਾ ਸ਼ੋਅ ਦਾ ਬਹੁਤ ਵਧੀਆ ਹੁੰਦਾ। ਥੈਂਕ ਯੂ। ਧੰਨਵਾਦ ਸਰ ਜਗਦੀਪ ਸਿੰਘ ਬਰਾੜ, ਨਿੱਕੇ ਦੋਸਤ ਨੇ ਸਾਡੇ ਵਿਨੀਪੈਗ ਰਹਿੰਦੇ। ਇਰਫਾਨ ਸਦੀਕੀ ਸਾਹਿਬ ਲਾਈਨ ਨੰਬਰ 1। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਦੀਕੀ ਸਾਹਿਬ। ਹਾਂਜੀ, ਕੀ ਹਾਲ ਹੈ ਜੀ? ਗਿੱਲ ਸਾਹਿਬ, ਮੈਂ ਕਿਉਂਕਿ ਤੁਹਾਡਾ ਟੌਪਿਕ ਬੜਾ ਜ਼ਬਰਦਸਤ ਰਿਹਾ ਨਹੀਂ ਗਿਆ। ਧੰਨਵਾਦ ਜੀ। ਤੇ ਮੈਂ ਆਪਣਾ ਵਾਕਈ ਤੁਸੀਂ ਸਹੀ ਕਹਿੰਦੇ ਹੋ, ਮਾਂ ਪਿਓ ਦਾ ਤੇ ਦਿਨ ਇਹ ਤੇ ਚਲੋ ਅਸੀਂ ਸੈਲੀਬ੍ਰੇਟ ਕਰਦੇ ਹਾਂ, ਲੇਕਿਨ ਇਹ ਹੈ ਕਿ ਮੈਨੂੰ ਯਾਦ ਹੈ ਕਿਉਂਕਿ ਅਸੀਂ ਤੇ ਸ਼ਹਿਰ 'ਚ ਵੱਡੇ ਹੋਏ, ਲਾਹੌਰ ਤੋਂ ਮੇਰਾ ਤਾਲੁਕ ਹੈ ਤੇ ਉੱਥੇ ਫਿਰ ਸਾਡਾ ਪਿੰਡ ਵੀ ਸੀ ਸਾਈਡ ਤੇ ਅੱਬੂ ਨੇ ਉੱਥੇ ਕਦੀ ਜਾਣਾ ਸਾਨੂੰ ਲੈ ਕੇ ਨਾ ਕਦੀ। ਅੱਛਾ ਜੀ। ਸਾਨੂੰ ਨਾ ਉਹਨਾਂ ਨੇ ਨਾ, ਕਿਉਂਕਿ ਅਸੀਂ ਸ਼ਹਿਰਾਂ ਦੇ ਮੁੰਡੇ ਸਾਂ, ਪੈਂਟਾਂ ਪਾਣੀਆਂ, ਉਹਨਾਂ ਨੇ ਕਿਹਾ ਯਾਰ ਤੁਸੀਂ ਇਹ ਪੈਂਟਾਂ ਕੀ ਪਾਈਆਂ ਹੁੰਦੀਆਂ ਨੇ, ਤੁਸੀਂ ਧੋਤੀਆਂ ਪਾਓ। ਸਾਨੂੰ ਉਹਨਾਂ ਨੇ ਨਾ ਧੋਤੀਆਂ ਪਵਾ ਕੇ ਤੇ ਨਾਲ ਕੰਮਾਂ ਤੇ ਲਾਣਾ ਉੱਥੇ ਨਾ। ਉੱਥੇ ਬੜੇ ਉੱਥੇ ਆਵਾਜ਼ਾਰ ਹੋਣਾ ਕਿ ਕਈ ਵਾਰੀ ਮੂੰਹ ਵੀ ਚੜਾਉਣਾ, ਲੇਕਿਨ ਉੱਥੇ ਕੰਮ ਵਾਲੇ ਵੀ ਹੁੰਦੇ ਸਨ, ਲੇਕਿਨ ਉਹਨਾਂ ਨੇ ਸਾਡੀ ਕੋਲ ਟ੍ਰੇਨਿੰਗ ਹੈਗੀ ਸੀ ਮੈਨੂੰ ਲੱਗਦਾ ਕਦੀ ਕਿ ਉਹਨਾਂ ਨੇ ਕਿਹਾ ਹੱਥੀਂ ਕੰਮ ਕਰੋ, ਆਪ ਹੀ ਉਹਨੇ ਕਰਨਾ। ਸੋ ਉੱਥੇ ਦਾ ਤੁਹਾਨੂੰ ਪਤਾ ਜਿਹੜੇ ਸ਼ਹਿਰਾਂ ਦੇ ਵਿੱਚ ਵੱਡੇ ਹੁੰਦੇ ਨੇ ਉਹਨਾਂ ਦਾ ਹੋਰ ਹਿਸਾਬ ਹੁੰਦਾ, ਉਹਨਾਂ ਨੂੰ ਪਤਾ। ਲੇਕਿਨ ਉਹ ਮੈਨੂੰ ਅੱਜ ਰੀਅਲਾਈਜ਼ ਹੁੰਦਾ ਇਹ ਮਤਲਬ ਕਹਿ ਲਓ ਕਿ ਅੱਬੂ ਹੁਣ ਤੇ ਚਲੇ ਗਏ ਨੇ ਦੁਨੀਆ ਤੋਂ, ਤੇ ਲੇਕਿਨ ਇਹ ਹੈ ਕਿ ਉਹ ਟ੍ਰੇਨਿੰਗ ਦਾ ਹਿੱਸਾ ਸੀ। ਤੇ ਅੱਜ ਆ ਕੇ ਹੁੰਦਾ ਕਿ ਇਹਨਾਂ ਮੁਲਕਾਂ 'ਚ ਆ ਕੇ ਤੁਹਾਨੂੰ ਇੰਨਾ ਮਿਹਨਤ ਕਰਨੀ ਪੈਂਦੀ ਹੈ ਔਰ ਸੈਲਫ ਮੇਡ ਤੁਹਾਨੂੰ ਉਹ ਚੀਜ਼ਾਂ ਬਣਾਉਂਦੀਆਂ ਨੇ। ਬਿਲਕੁਲ ਠੀਕ। ਤੇ ਬਿਲਕੁਲ ਇਹ ਵਾਕਈ ਤੁਹਾਡੀ ਗੱਲ ਸਹੀ ਹੈ, ਲੇਕਿਨ ਇਹ ਹੈ ਕਿ ਉਹ ਕਹਿੰਦੇ ਨੇ ਕਿ ਅੱਜ ਪੁਰਾਣੀ ਪੇਟੀ 'ਚੋਂ ਯਾਦਾਂ ਕੱਢ ਕੇ ਪਾਈਆਂ ਨੇ, ਅੱਖਾਂ ਭਰ ਆਈਆਂ ਨੇ। ਵਾਹ। ਇਹ ਵਾਕਈ ਸਹੀ ਗੱਲ ਹੈ ਕਿ ਹਰ ਕੋਈ ਟਾਈਮ ਐਸਾ, ਔਰ ਮੈਂ ਦੇਖਿਆ ਕਿ ਮਾਂ ਬਾਪ ਤੇ ਪਿਓ ਦੇ ਜਾਣ ਤੋਂ ਬਾਅਦ ਜਿਹੜੀ ਤੁਹਾਨੂੰ ਇੱਕ ਫੀਲਿੰਗ ਹੁੰਦੀ ਹੈ ਨਾ, ਉਹ ਤੁਸੀਂ ਮਤਲਬ ਜੈਨੂਇਨਲੀ ਤੁਸੀਂ ਆਪਣੇ ਆਪ ਨੂੰ ਲਾਵਾਰਿਸ ਸਮਝਦੇ ਹੋ। ਤੁਹਾਨੂੰ ਸਮਝ ਨਹੀਂ ਆਉਂਦੀ ਜ਼ਿੰਦਗੀ ਦੇ ਕਿਸੇ ਮੌਕੇ ਤੇ ਮੈਂ ਕਿਹਦੇ ਨਾਲ ਗੱਲ ਕਰਾਂ, ਕਿਹਦੇ ਨਾਲ ਕੋਈ ਜੈਨੂਇਨ ਜਿਹੜੀ ਕੋਈ ਸਲਾਹ ਹੁੰਦੀ ਹੈ ਨਾ, ਉਹ ਤੁਹਾਨੂੰ ਵਾਕਈ ਬੜੀ ਕਮੀ ਮਹਿਸੂਸ ਹੁੰਦੀ ਹੈ। ਤੇ ਬਾਕੀ ਜੀ ਮਾਂ ਪਿਓ ਜਿਹੜੇ ਨੇ ਸਲਾਮਤ ਰਹਿਣ, ਇਹਨਾਂ ਦੇ ਨਾਲ ਹੀ ਬਾਹਰ ਆਉਣਾ ਸਾਰੀਆਂ। ਧੰਨਵਾਦ ਜੀ ਇਰਫਾਨ ਸਾਹਿਬ। ਥੈਂਕ ਯੂ ਸਰ। ਜਜ਼ਾਕ ਅੱਲਾ। ਥੈਂਕ ਯੂ ਜੀ ਸਰ। ਸਰ ਪਰਵਰ ਸਿੰਘ ਜੀ ਲਾਈਨ ਨੰਬਰ 2। ਜਸਲ ਸਾਹਿਬ।
ਸੋਹਤਾ ਸਾਹਿਬ ਸਰ ਗੁਰਮਨਦੀਪ ਸਿੰਘ ਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮਾਂ-ਬਾਪ ਦਾ ਦੇਣ ਤਾਂ ਦੇ ਨਹੀਂ ਸਕਦੇ, ਪਰ ਮੇਰਾ ਵਿਚਾਰ ਸੀਗਾ ਕਿ ਇਹ ਆਪਣੀ ਜਿਹੜੀ ਸਾਰੀ ਜ਼ਿੰਦਗੀ ਦੀ ਲਾਈਨ ਖਿੱਚ ਦਿੰਦੇ ਨੇ ਇੱਕ ਵਾਰੀ, ਗਾਈਡ ਕਰਨ ਵਾਲੀ। ਮੈਂ ਆਪਣੇ ਫਾਦਰ ਸਾਹਿਬ ਦੀ ਐਗਜ਼ਾਮਪਲ ਆ, ਜਿਵੇਂ ਵੀ ਆਪਣੀ ਲਾਈਫ ਦੀ ਸੋਚ ਇਹੋ ਜਿਹੀ ਹੋ ਜਾਂਦੀ ਆ। ਉਹਨਾਂ ਨੇ ਜਦੋਂ ਵੀ ਕਿਤੇ ਕੋਈ ਮਜ਼ਦੂਰ ਲਾਉਣਾ, ਦਿਹਾੜੀਦਾਰ ਲਾਉਣਾ, ਉਹਨਾਂ ਦੀ ਪੂਰੀ ਸੇਵਾ ਕਰਨੀ, ਉਹਨਾਂ ਨੂੰ ਕਹਿਣਾ ਵੀ ਇਹਨਾਂ ਦੀ ਪਸੀਨਾ ਸੁੱਕਣ ਤੋਂ ਪਹਿਲਾਂ ਇਹਨਾਂ ਨੂੰ ਪੈਸਾ ਦੇਣਾ ਜ਼ਰੂਰ। ਤੇ ਉਹ ਫਿਰ ਉਹ ਚੀਜ਼ਾਂ ਦਿਮਾਗ 'ਚ ਰਹਿੰਦੀਆਂ ਨੇ। ਜਦੋਂ ਗਰੀਬਾਂ ਦੇ ਹੱਕ ਦੀ ਗੱਲ ਕਰੇ ਵੀ ਕੋਈ, ਉਹ ਮਤਲਬ ਉਹੀ ਆਪਣੀ ਲਾਈਨ ਖਿੱਚੀ ਗਈ ਇੱਕ ਵਾਰੀ। ਤੇ ਦੂਜੀ ਗੱਲ, ਮੈਨੂੰ ਛੋਟੇ ਹੁੰਦੇ ਨੇ ਜਦੋਂ ਜਵਾਨ ਹੋ ਰਹੇ ਸੀ ਤੇ ਕਈਆਂ ਨੇ ਕਹਿਣਾ ਦਾੜੀ ਕਾਹਤੇ ਰੱਖੀ ਆ, ਇਹ ਤੂੰ ਤਾਂ ਧਾਰਮਿਕ ਹੈ ਨੀ ਗਾ, ਤੂੰ ਅੰਮ੍ਰਿਤ ਛਕਿਆ ਹੋਇਆ। ਪਰ ਉਦੋਂ ਗੱਲ ਉਹਨਾਂ ਨੂੰ ਇਹੀ ਕਹਿਣੀ ਵੀ ਫਾਦਰ ਵੱਲ ਦੇਖ ਕੇ ਨਾਈ ਦੇ ਬੈਠਣ ਨੂੰ ਜੀ ਨਹੀਂ ਕਰਦਾ ਜਾ ਕੇ। ਸਤਿ ਸ਼੍ਰੀ ਅਕਾਲ ਬਾਈ ਜੀ। ਧੰਨਵਾਦ ਬਹੁਤ ਬਹੁਤ ਗੁਰਮਨਦੀਪ ਸਿੰਘ ਜੀ। ਰਾਜ ਜੀ ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਗੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗੱਲ ਸਾਹਿਬ, ਗੱਲ ਚੱਲਦੀ ਪੇਰੈਂਟਸ ਬਾਰੇ। ਮੇਰੀ ਸੋਚਣੀ ਏਦਾਂ ਕਿ ਰੱਬ ਤਾਂ ਕਿਸੇ ਨੇ ਦੇਖਿਆ ਨੀ ਗਾ, ਮੈਨੂੰ ਲੱਗਦਾ ਪੇਰੈਂਟਸ ਹੀ ਆ। ਰੱਬ ਜਿਹੜਾ ਪੇਰੈਂਟਸ ਦੇ ਰੂਪ 'ਚ ਹੀ ਤੁਹਾਡੇ ਕੋਲੇ ਆਉਂਦਾ ਵਾ, ਤੁਹਾਨੂੰ ਗਾਈਡ ਕਰਦਾ। ਇੱਕ ਪੇਰੈਂਟਸ ਇੱਕ ਏਦਾਂ ਦੀ ਡਿਕਸ਼ਨਰੀ ਆ ਜਿੱਥੋਂ ਤੁਹਾਨੂੰ ਕਿਸੇ ਵੀ ਗੱਲ ਦਾ ਅਰਥ ਮਿਲ ਜਾਂਦਾ ਵਾ। ਕੋਈ ਤੁਹਾਨੂੰ ਜ਼ਿੰਦਗੀ 'ਚ ਕੋਈ ਪ੍ਰੋਬਲਮ ਆ, ਤੁਸੀਂ ਉਹਨਾਂ ਨਾਲ ਡਿਸਕਸ ਕਰੋ। ਮੈਨੂੰ ਨਹੀਂ ਲੱਗਦਾ ਕਿਸੇ ਦੇ ਨੂੰ ਵੀ ਕਿਸੇ ਦਾ ਵੀ ਪੇਰੈਂਟਸ ਹਾਂਜੀ ਸਭ ਤੋਂ ਵੱਡੀ ਡਿਕਸ਼ਨਰੀ ਤੁਹਾਨੂੰ ਜਿਉਣ ਦਾ ਤਰੀਕਾ, ਵਿਚਰਨ ਦਾ ਤਰੀਕਾ, ਹੈ ਨਾ, ਗਾਂ ਆਪਦੀ ਫੈਮਿਲੀ ਨਾਲ ਕਿਵੇਂ, ਤੁਹਾਡੇ ਬੱਚੇ ਆ, ਤੁਹਾਡੇ ਸਰਦਾਰ ਨਹੀਂ ਆ, ਉਹਨਾਂ ਨਾਲ ਕਿਵੇਂ ਰਹਿਣਾ, ਰਿਸ਼ਤੇਦਾਰਾਂ ਨਾਲ ਕਿੱਦਾਂ ਮਿਲਣਾ, ਜਾਂ ਮੈਨੂੰ ਲੱਗਦਾ ਇਹ ਸਭ ਤੋਂ ਵੱਡੀ ਡਿਕਸ਼ਨਰੀ ਆ। ਤੇ ਮਾਂ ਪਿਓ ਦਾ ਤਾਂ ਆਪਾਂ ਮੁੱਲ ਕਦੇ ਮੋੜ ਨਹੀਂ ਸਕਦੇ, ਜਿਨ੍ਹਾਂ ਨੇ ਸਾਨੂੰ ਇਹ ਜੱਗ ਦਿਖਾਇਆ ਤੇ ਇੱਥੇ ਕੈਨੇਡਾ ਵਰਗੀ ਧਰਤੀ ਤੱਕ ਪਹੁੰਚਣ 'ਚ ਹੈਲਪ ਕੀਤੀ ਆ। ਸਾਰਿਆਂ ਨੂੰ ਜਿੰਨੇ ਵੀ ਵੀਰ ਇੱਥੇ ਆਏ ਨੇ ਜੀ, ਪੜ੍ਹਾਇਆ ਵਾ, ਆਪ ਨੂੰ ਕੱਪੜੇ ਨਾ ਲੈਣੇ ਤੇ ਉੱਥੇ ਟਿਊਸ਼ਨਾਂ ਦੇਣੀਆਂ, ਪੜ੍ਹਾਉਣਾ। ਤੇ ਵੀ ਜੇ ਤੂੰ ਪੜ੍ਹ ਜਾਏਗਾ, ਸਾਰਿਆਂ ਨੇ ਕਰਿਆ ਵੀ ਜੇ ਤੁਸੀਂ ਪੜ੍ਹੋਗੇ ਤੁਹਾਨੂੰ ਬਾਹਰ ਜਾਣ ਦਾ ਮੌਕਾ ਮਿਲ ਸਕਦਾ। ਆਪ ਖਾਣਾ ਨਾ ਕੁਛ ਨਾ ਹੰਡਾਉਣੀਆਂ ਨਾ ਚੀਜ਼ਾਂ, ਉਹ ਚੀਜ਼ਾਂ ਦਾ ਮੁੱਲ ਮੋੜ ਤਾਂ ਸਕਦੇ ਨਹੀਂ, ਪਰ ਟਰਾਈ ਕਰੀ ਦੀ ਆ ਜੇ ਕਦੇ ਉਹਨਾਂ ਨੂੰ ਖੁਸ਼ੀ ਦੇਣ ਦੀ। ਤੇ ਬਾਕੀ ਜੀ ਜਦੋਂ ਘਰੇ ਜਾਈਦਾ, ਜਦੋਂ ਮਾਂ ਪਿਓ ਪੁੱਛਦੇ ਆ ਗਿਆ ਕਿਵੇਂ ਆ, ਦਿਨ ਕਿਵੇਂ ਰਿਹਾ ਤੇਰਾ, ਮੈਨੂੰ ਲੱਗਦਾ ਜੀ ਇਦੋਂ ਵੱਡੀ ਖੁਸ਼ੀ ਤਾਂ ਹੋ ਹੀ ਨਹੀਂ ਸਕਦੀ ਤੇ ਨਾ ਹੀ ਮਹਿਸੂਸ ਕਰ ਸਕਦੇ ਆ। ਤੇ ਇਹ ਚੀਜ਼ ਪੈਸੇ ਨਾਲ ਨਹੀਂ ਮਿਲ ਸਕਦੀ ਬਾਈ ਜੀ। ਅਗਲੇ ਸ਼ੋਅ ਦੇ ਵਿੱਚ ਵੀ ਆਪਾਂ ਲੋਕ ਸੱਤ 'ਚ ਵੀ ਬਜ਼ੁਰਗਾਂ ਦੀ ਅੱਜ ਗੱਲ ਕਰਨੀ ਆ। ਗੋਇਲ ਸਾਹਿਬ ਲਾਈਨ ਨੰਬਰ 5। ਹਾਂਜੀ ਨਮਸਕਾਰ ਜੀ। ਨਮਸਕਾਰ ਜੀ। ਹਾਂਜੀ ਗਿਲ ਸਾਹਿਬ, ਗੱਲ ਇਹ ਹੈਗੀ ਆ ਕਿ ਜਿਹੜਾ ਪਹਿਲੇ ਜ਼ਮਾਨੇ ਦੀ ਗੱਲ ਕਰਦੇ ਨਾ ਲੋਕ, ਜਿਹੜਾ ਹੁਣ 60-65 ਦੀ ਗੱਲ ਕਰਦੇ ਆ ਜਾਂ 55 ਦੀ ਗੱਲ ਕਰਦੇ ਆ, 48 ਦੀ ਗੱਲ ਕਰਦੇ ਆ, ਉਸ ਜ਼ਮਾਨੇ ਦਾ ਤੇ ਅੱਜ ਦੇ ਜ਼ਮਾਨੇ ਦਾ ਬਹੁਤ ਫਰਕ ਹੈਗਾ। ਬਿਲਕੁਲ ਠੀਕ। ਕਿਉਂਕਿ ਪਹਿਲਾ ਜ਼ਮਾਨਾ ਹੁੰਦਾ ਸੀ, ਇੱਕ ਮਾਂ-ਬਾਪ ਨੂੰ ਜਿਹੜਾ ਦਰਜਾ ਦਿੱਤਾ ਜਾਂਦਾ ਸੀ। ਤੁਸੀਂ ਜਿਹੜੇ ਬਜ਼ੁਰਗ ਹੁੰਦੇ ਸੀ, ਸਾਰਾ ਪਿੰਡ ਉਸ ਨੂੰ ਮੰਨਦਾ ਸੀ। ਬਿਲਕੁਲ ਠੀਕ। ਤੇ ਅੱਜ ਕੱਲ ਤਾਂ ਕੀ ਘਰ ਦੇ ਨਹੀਂ ਕੋਈ ਮੰਨਦੇ ਤੇ ਪਿੰਡ ਦੀ ਤਾਂ ਗੱਲ ਹੀ ਛੱਡੋ, ਨਾ ਮਹੱਲਾ ਮੰਨਦਾ ਨਾ ਉਹ ਮੰਨਦਾ। ਅੱਜ ਕੱਲ ਵਕਤ ਹੋ ਗਿਆ ਚੇਂਜ। ਅੱਜ ਕੱਲ ਤਾਂ ਉਹ ਕਹਿੰਦਾ ਇੱਕ ਮੈਂ ਹੋਵਾਂ, ਇੱਕ ਤੂੰ ਹੋਵੇਂ, ਤੀਜੇ ਹੋਵੇ ਪੂਰੇ ਦੀ ਵਾਹ, ਚੌਥਾ ਬੰਦਾ ਨਾ ਹੋਵੇ ਕੋਈ। ਸੋ ਇਸ ਕਰਕੇ ਜਿਹੜੀ ਅੱਜ ਕੱਲ ਦੀ ਜਨਰੇਸ਼ਨ, ਇਹਨਾਂ ਦੀ ਦਿਮਾਗ ਹੈ ਨਾ ਜੀ, ਉਹ ਕਹਿੰਦੇ ਆ ਅਸੀਂ ਤੁਹਾਡੀ ਹੁਣ ਸੇਵਾ ਨਹੀਂ ਕਰ ਸਕਦੇ ਤੇ ਹੁਣ ਤਾਂ ਤੁਸੀਂ ਆਪ ਦਾ ਖੁਦ ਹੀ ਇੰਤਜ਼ਾਮ ਕਰੋ। ਔਰ ਮੈਂ ਵੈਸੇ ਇੱਕ ਗੱਲ ਦਾ ਹਾਮੀ ਜ਼ਰੂਰ ਹੈਗਾ ਵੀ ਬੰਦੇ ਨੂੰ ਖੁਦ ਆਪਦੀ ਕਹਿੰਦਾ ਮੁੱਛ ਤੇ ਪੁੱਛ ਖੜੀ ਰੱਖਣੀ ਚਾਹੀਦੀ ਹੈ ਤੇ ਡਾਂਗ ਤੇ ਡੇਰਾ ਰੱਖਣਾ ਚਾਹੀਦਾ। ਆਪਦੇ ਆਪ ਨੂੰ ਇੰਨਾ ਮਜ਼ਬੂਤ ਬਣਾ ਕੇ ਰੱਖੋ ਵੀ ਤੁਹਾਨੂੰ ਕਿਸੇ ਤੋਂ ਹੈਲਪ ਲੈਣ ਦੀ ਲੋੜ ਨਾ ਪਵੇ। ਥੈਂਕ ਯੂ ਗੋਇਲ ਸਾਹਿਬ, ਧੰਨਵਾਦ ਬਹੁਤ ਬਹੁਤ। ਮੇਰੇ ਕੋਲ ਥੋੜਾ ਸਮਾਂ ਘੱਟ ਹੈ। ਜੈ ਖੰਗੂੜਾ ਜਗਦੀਪ ਸਿੰਘ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਖੰਗੂੜਾ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਮਾਂ ਪਿਓ ਦਾ ਤਾਂ ਜਿਵੇਂ ਸਾਰੇ ਕਹਿੰਦੇ ਨੇ ਨਾ, ਦੇਣ ਦੇ ਨਹੀਂ ਸਕਦੇ, ਪਰ ਜਿਹੜੀ ਚੀਜ਼ ਮਤਲਬ ਸਾਨੂੰ ਫੈਮਿਲੀ 'ਚ ਦੇਖਣ ਨੂੰ ਮਿਲੀ ਜੀ, ਮਤਲਬ ਦਾਦਾ ਦਾਦੀ ਜੀ ਤੋਂ ਤੇ ਮੰਮੀ ਡੈਡੀ ਚਾਚਾ ਚਾਚੀ, ਅਸੀਂ ਜੁਆਇੰਟ ਫੈਮਿਲੀ ਸੀਗੇ ਤੇ ਇੰਨਾ ਕੁ ਮਤਲਬ ਉਹਨਾਂ ਨੇ ਆਪਣੀ ਲਾਈਫ ਡੈਡੀਕੇਟਡ ਕੀਤੀ ਸੀ ਬੱਚਿਆਂ ਲਈ ਜੀ। ਅਸੀਂ ਜਿਵੇਂ 7 ਜਣੇ ਸੀ, ਚਾਚਾ ਜੀ ਦੇ ਬੱਚੇ, ਮੈਂ ਤੇ ਮੇਰੀ ਸਿਸਟਰ, ਤੇ ਮਤਲਬ ਕੋਈ ਵੀ ਕੰਮ ਹੋਰ ਇੰਪੋਰਟੈਂਟ ਨਹੀਂ ਸੀ ਜੇ ਬੱਚਿਆਂ ਦੀ ਕੋਈ ਗੱਲ ਆ। ਮਤਲਬ ਚਾਹੇ ਸਕੂਲ ਦਾ ਕੰਮ ਆ ਜਾਂ ਬਾਹਰ ਕੋਈ ਉੱਦਾਂ ਦਾ ਕੰਮ ਆ। ਤੇ ਸੌਰੀ ਮੈਂ ਇਮੋਸ਼ਨਲ ਹੋ ਗਿਆ ਥੋੜਾ। ਕੋਈ ਨਾ। ਇੱਕ ਮੇਰੇ ਯਾਦ ਹੈ ਇੰਸੀਡੈਂਟ, ਮੇਰੀ ਸਿਸਟਰ ਦਾ ਨਾ ਕੋਈ ਸੀਗਾ ਸਕੂਲ ਦੇ ਵਿੱਚ ਫੰਕਸ਼ਨ ਤੇ ਉਹਨੂੰ ਡਰੈਸ ਚਾਹੀਦੀ ਸੀ ਕੋਈ। ਅੱਛਾ ਜੀ। ਤੇ ਚੌਲਾਂ ਦਾ ਟਾਈਮ ਸੀ ਤੇ ਉਹ ਆਪਣੇ ਜਿਹੜਾ ਲੋਰਿੰਗ ਪਾਉਂਦੇ ਹੁੰਦੇ ਨੇ ਪਾਣੀ ਦੇ ਲਈ ਨਾ, ਉਹ ਪਾਉਂਦੇ ਸੀ। ਤੇ ਮੇਰੀ ਸਿਸਟਰ ਨੇ ਘਰੇ ਗੱਲ ਕੀਤੀ ਤੇ ਦਾਦੀ ਨੇ ਮੈਨੂੰ ਭੇਜਿਆ ਵੀ ਸੱਦ ਕੇ ਲੈ ਕੇ ਆ। ਤੇ ਇਹਦੇ ਉਹ ਸਾਰਾ ਕੰਮ ਵਿੱਚ ਛੱਡ ਕੇ, ਮਤਲਬ ਉਹਨਾਂ ਨੂੰ ਐ ਹੁੰਦਾ ਵੀ ਬੱਚਿਆਂ ਨੂੰ ਕੋਈ ਉਹ ਨਾ ਹੋ ਜਾਵੇ ਬਈ ਕਿਸੇ ਚੀਜ਼ ਤੋਂ ਅਸੀਂ ਮਨਾ ਨਾ ਕਰ ਦਈਏ ਜਾਂ ਕੁਛ। ਥੈਂਕ ਯੂ। ਬਿਲਕੁਲ। ਇੱਕ ਪਿੰਡ ਦੇ ਵਿੱਚੋਂ ਜਾ ਕੇ ਦੇਹਰਾਦੂਨ ਪੜ੍ਹਾਉਣਾ ਜਗਦੀਪ, ਉਹ ਵੀ ਕਿਸਮਤ ਵਾਲਿਆਂ ਲਈ। ਕਾਲਰ ਸਨ ਬਹੁਤ, ਜਿਨ੍ਹਾਂ ਨਾਲ ਮੈਂ ਗੱਲ ਨਹੀਂ ਕਰ ਸਕਦਾ ਕਿਉਂਕਿ ਸਮਾਂ ਤੁਹਾਨੂੰ ਪਤਾ ਹੀ ਹੈ ਕਿ ਨੇੜੇ ਲੱਗ ਗਿਆ। ਪਰ
ਪਿਤਾ ਦੀ ਸੇਵਾ ਤੇ ਪਿਤਾ ਨੂੰ ਸਾਂਭਣਾ ਬਹੁਤ ਜ਼ਰੂਰੀ ਹੈ। ਨਾਲ ਹੀ ਮਾਪਿਆਂ ਨੂੰ ਵੀ ਕਈ ਵਾਰ ਉਮਰ ਦੇ ਗੇੜ ਦੇ ਵਿੱਚ ਕੁਝ ਅਜਿਹਾ ਹੁੰਦਾ, ਉਹਨਾਂ ਨੂੰ ਵੀ ਸਮਝਣਾ ਚਾਹੀਦਾ ਇੱਥੇ ਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਪਰਿਵਾਰ ਦੇ ਵਿੱਚ ਸੈੱਟ ਕਰਕੇ ਰੱਖਣਾ ਚਾਹੀਦਾ ਕਿ ਪਰਿਵਾਰ ਹਾਊਸ ਹੋਲਡ ਦੇ ਵਿੱਚ ਕੋਈ ਮੁਸ਼ਕਿਲ ਨਾ ਆਵੇ। ਉਹਨਾਂ ਦਾ ਰਹਿਣਾ ਬਹਿਣਾ, ਉੱਠਣਾ ਬਹਿਣਾ, ਕਰਨਾ, ਖਾਣਾ ਪੀਣਾ ਸਾਰਾ ਅਨੁਕੂਲ ਰੱਖਣਾ ਚਾਹੀਦਾ, ਗੁਲਾਮੀ ਨਹੀਂ ਮਤਲਬ ਸਹੀ ਰੱਖਣਾ ਚਾਹੀਦਾ। ਇਹ ਸੀ ਅੱਜ ਦਾ ਪ੍ਰੋਗਰਾਮ ਜੀ। ਸੋਮਵਾਰ ਨੂੰ ਫੇਰ ਤੁਹਾਡੀ ਸੇਵਾ 'ਚ ਹਾਜ਼ਰ ਹੁੰਨਾ ਸਵੇਰੇ, ਤੇ 1.5 ਘੰਟੇ ਤੱਕ ਹੁੰਨੇ ਆ ਲੋਕ ਸੱਥ 'ਚ ਇਕੱਠੇ। ਰੱਬ ਰਾਖਾ।